ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਕਿਤਾਬ ਬਾਤਾਂ ਬਲੈਦੀਆਂ ਵਿੱਚੋਂ ਪਹਿਲਾਂ ਇੱਕ ਚੈਪਟਰ ਪੜ੍ਹਦਾ ਅਤੇ ਫਿਰ ਟੈਲੀਫੋਨ ਦੇ ਰਾਹੀਂ ਤੁਹਾਡੇ ਨਾਲ ਉਹਨਾਂ ਨੁਕਤਿਆਂ 'ਤੇ ਜਿਹੜੇ ਮੈਂ ਉਸ ਚੈਪਟਰ ਦੇ ਵਿੱਚ ਉਠਾਏ ਹੁੰਦੇ ਆ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ, ਜਾਣੀ ਕਿ ਜਾਂ ਉਹ ਨੁਕਤੇ ਜਿਨ੍ਹਾਂ 'ਤੇ ਮੈਂ ਸ਼ਾਇਦ ਨਾ ਉਂਗਲ ਧਰੀ ਹੋਵੇ। ਤੁਸੀਂ ਸਾਨੂੰ ਟੈਲੀਫੋਨ ਹੁਣ ਤੋਂ ਹੀ ਕਰ ਸਕਦੇ ਹੈਗੇ। ਸਾਡਾ ਟੈਲੀਫੋਨ ਨੰਬਰ ਜਿਹੜਾ ਹੈਗਾ ਉਹ 0300 770 2246। ਇੱਕ ਵਾਰ ਫਿਰ ਰਿਪੀਟ ਕਰ ਦੇਵਾਂ 0300 770 2246। ਮੈਂ ਉਹਨਾਂ ਸਾਰੇ ਕਾਲਰਸ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਆ। ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਥਿੰਕਿੰਗ ਦਾ ਮੈਂ ਬਹੁਤ ਕਦਰਦਾਨ ਹਾਂ, ਕਿਉਂਕਿ ਇੰਟਲੈਕਚੁਅਲਸ ਕਿਸਮ ਦੀ ਜਿਹੜੀ ਡਿਸਕਸ਼ਨ ਹੁੰਦੀ ਹੈ ਅਤੇ ਮੈਂ ਤੁਹਾਡੇ ਤੋਂ ਅੱਜ ਵੀ ਆਸ ਕਰਦਾ ਕਿ ਤੁਸੀਂ ਅੱਜ ਵੀ ਇਹਦੇ ਵਿੱਚ ਹਿੱਸਾ ਪਾਓਗੇ ਤਾਂ ਕਿ ਅਸੀਂ ਇਹਦੇ ਬਾਰੇ ਇੱਕ ਸੰਵਾਦ ਰਚਾ ਕੇ ਸ਼ਾਇਦ ਕਿਸੇ ਨਾ ਕਿਸੇ ਨੂੰ ਇਸ ਪ੍ਰੋਗਰਾਮ ਵਿੱਚੋਂ ਕੋਈ ਨਾ ਕੋਈ ਸੇਧ ਜ਼ਰੂਰ ਜਾਣ ਕੇ ਮਿਲ ਜਾਵੇ। ਜਿਹੜੇ ਵੀਰਾਂ ਭੈਣਾਂ ਦਾ ਮੈਂ ਟੈਲੀਫੋਨ ਕਾਲ ਅਟੈਂਡ ਨਹੀਂ ਕਰ ਸਕਦਾ ਉਹ ਤੋਂ ਮੈਂ ਅੱਜ ਹੁਣ ਤੋਂ ਖਿਮਾ ਮੰਗ ਲੈਣਾ ਹੈਗਾ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਲਾਈਨ ਹੈਗੀ ਆ ਉਹ ਪਹਿਲਾਂ ਹੀ ਉੱਥੇ ਬੁੱਕ ਹੋਈ ਹੁੰਦੀ ਅਤੇ ਉਹ ਜਿਹੜਾ ਕਾਲਰ ਹੈਗਾ ਜਦੋਂ ਗੱਲ ਕਰਦਾ ਹੈਗਾ ਅਤੇ ਕਿਸੇ ਵੇਲੇ ਗੱਲ ਲੰਬੀ ਹੋ ਜਾਂਦੀ ਹੈ ਅਤੇ ਟਾਈਮ ਜਿਹੜਾ ਹੁੰਦਾ ਹੈ 50 ਮਿੰਟਸ ਹੁੰਦੇ ਆ ਅਤੇ ਇਸ ਕਰਕੇ ਜਿਹੜੀਆਂ ਕਈ ਕਾਲ ਜਿੰਕ ਵਿੱਚ ਰਹਿੰਦੀਆਂ ਮੈਂ ਉਹਨਾਂ ਤੋਂ ਹੁਣ ਤੋਂ ਹੀ ਮਾਫ਼ੀ ਮੰਗਦਾ ਅਤੇ ਕੋਸ਼ਿਸ਼ ਕਰੋ ਕਿ ਤੁਸੀਂ ਹੁਣ ਤੋਂ ਹੀ ਕਾਲ ਕਰਕੇ ਆਪਣਾ ਜਿਹੜਾ ਨੰਬਰ ਹੈਗਾ ਉਹ ਲਵਾ ਲਓ ਤਾਂ ਕਿ ਕਿਊ ਅਪ ਹੋ ਸਕੋ ਅਤੇ ਫਿਰ ਮੈਂ ਜਿਹੜਾ ਹੈਗਾ ਤੁਹਾਡੇ ਨਾਲ ਗੱਲਬਾਤ ਕਰਦਾ। ਜਿਹੜਾ ਅੱਜ ਦਾ ਚੈਪਟਰ ਹੈਗਾ ਉਹ ਮੈਂ ਜਿਸ ਤਰ੍ਹਾਂ ਦੱਸਿਆ ਇਸ ਕਿਤਾਬ ਵਿੱਚੋਂ ਬਾਤਾਂ ਬਲੈਦੀਆਂ ਵਿੱਚੋਂ ਉਹਦਾ ਚੈਪਟਰ ਦਾ ਨਾਮ ਰੱਖਿਆ ਹੈਗਾ ਅਰੇਂਜਡ ਮੈਰਿਜ। ਇੱਕ ਦਿਨ ਵੱਡੇ ਹਾਲ ਵਿੱਚ ਅਰੇਂਜਡ ਮੈਰਿਜ ਬਾਰੇ ਗੱਲ ਚੱਲ ਪਈ। ਕਦੇ ਕੋਈ ਗੋਰਾ ਉੱਠੇ, ਕਦੇ ਕੋਈ ਗੋਰੀ। ਉਹਨਾਂ ਰਲ ਮਿਲ ਕੇ ਏਸ਼ੀਅਨ ਵਿਆਹ ਪ੍ਰਬੰਧ ਦੀ ਵਾਹਵਾ ਖੱਲ ਲਾਈ ਕਿ ਇਹ ਲੋਕ ਸਾਡੇ ਵਾਂਗ ਖੁੱਲ੍ਹ ਨਹੀਂ ਦਿੰਦੇ, ਕੁੜੀਆਂ ਨੂੰ ਘਟੀਆ ਸਮਝਦੇ ਹਨ, ਦਾਜ ਵਰਗੀਆਂ ਬੁਰੀਆਂ ਰਸਮਾਂ ਅਜੇ ਵੀ ਪ੍ਰਚਲਿਤ ਹਨ ਅਤੇ ਹੋਰ ਜੋ ਵੀ ਕਿਸੇ ਦੇ ਮਨ ਵਿੱਚ ਸੀ ਉਹਨਾਂ ਉਗਲਛ ਦਿੱਤਾ। ਮੈਂ ਚੁੱਪ ਸੁਣਦਾ ਰਿਹਾ ਕਿ ਇਹਨਾਂ ਦਾ ਪਹਿਲਾਂ ਜ਼ੋਰ ਲੱਗ ਲੈਣ ਦੇਵਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਕੁਝ ਗੱਲਾਂ ਉਹ ਕਹਿ ਰਹੇ ਸਨ ਬਿਲਕੁਲ ਠੀਕ ਸਨ, ਪਰ ਉਹਨਾਂ ਦਾ ਸੱਭਿਆਚਾਰਕ ਨਸਲਵਾਦ ਵੀ ਉੱਭਰ ਕੇ ਬਾਹਰ ਆ ਰਿਹਾ ਸੀ ਕਿ ਬੱਗਿਆਂ ਦਾ ਸਭ ਕੁਝ ਵਧੀਆ ਹੈ। ਇਹ ਗੱਲ ਮੈਨੂੰ ਕਸ਼ਟ ਦੇ ਰਹੀ ਸੀ। ਮੈਂ ਮਾਈਕ ਫੜਿਆ ਅਤੇ ਬੋਲਣਾ ਸ਼ੁਰੂ ਕਰ ਦਿੱਤਾ। ਮੈਨੂੰ ਇਸ ਗੱਲ ਦੀ ਹੈਰਾਨਗੀ ਸੀ ਕਿ ਅਜੇ ਤੱਕ ਅਰੇਂਜ ਮੈਰਿਜ ਬਾਰੇ ਗੱਲ ਕਿਉਂ ਨਹੀਂ ਹੋਈ, ਕਿਉਂਕਿ ਇਹ ਸਵਾਲ ਏਸ਼ੀਅਨ ਲੋਕਾਂ ਨੂੰ ਅਕਸਰ ਪਹਿਲੀ ਮਿਲਣੀ 'ਤੇ ਹੀ ਪੁੱਛ ਲਿਆ ਜਾਂਦਾ ਹੈ। ਚਾਹੇ ਤੁਸੀਂ ਫੈਕਟਰੀ ਵਿੱਚ ਕੰਮ ਕਰਦੇ ਹੋਵੋ ਜਾਂ ਵਪਾਰੀ ਹੋਵੋ ਜਾਂ ਕਿਸੇ ਸਰਕਾਰੀ ਮਹਿਕਮੇ ਵਿੱਚ ਛੋਟੇ ਵੱਡੇ ਅਹੁਦੇ 'ਤੇ ਲੱਗੇ ਹੋਵੋ, ਅਰੇਂਜ ਮੈਰਿਜ ਦਾ ਤੀਰ ਸਾਡੇ 'ਤੇ ਜ਼ਰੂਰ ਛੱਡਿਆ ਜਾਂਦਾ। ਜਿੱਥੋਂ ਤੱਕ ਏਸ਼ੀਅਨ ਵਿਆਹ ਨੂੰ ਅਰੇਂਜ ਮੈਰਿਜ ਦਾ ਨਾਂ ਦੇਣ ਵਾਲੀ ਗੱਲ ਹੈ, ਮੈਂ ਇਸ ਨਾਂ ਨਾਲ ਸਹਿਮਤ ਨਹੀਂ। ਵਿਆਹ ਕਰਨ ਅਤੇ ਕਰਾਉਣ ਦੇ ਢੰਗ ਤਰੀਕੇ ਤਾਂ ਵੱਖਰੇ ਵੱਖਰੇ ਹੋ ਸਕਦੇ ਹਨ, ਪਰ ਉਹਨਾਂ ਦੇ ਘਟੀਆ ਵਧੀਆ ਹੋਣ ਬਾਰੇ ਬਹਿਸ ਦੀ ਲੋੜ ਹੈ। ਜਿੱਥੋਂ ਤੱਕ ਟਰਮ ਅਰੇਂਜ ਦੀ ਗੱਲ ਹੈ, ਉਹ ਤਾਂ ਸਾਰੇ ਵਿਆਹ ਹੀ ਅਰੇਂਜ ਹੁੰਦੇ ਹਨ, ਚਾਹੇ ਉਹ ਪੂਰਬੀ ਸਭਿਅਤਾ ਯਾਨੀ ਏਸ਼ੀਅਨ ਸਭਿਅਤਾ 'ਚ ਹੁੰਦੇ ਹੋਣ ਅਤੇ ਚਾਹੇ ਪੱਛਮੀ ਸਭਿਅਤਾ ਵਿੱਚ। ਇੰਨਾ ਫਰਕ ਜ਼ਰੂਰ ਹੋ ਸਕਦਾ ਕਿ ਪੱਛਮੀ ਮੁਲਕਾਂ ਵਿੱਚ ਬਹੁਤੇ ਵਿਆਹਾਂ ਦਾ ਬੰਦੋਬਸਤ ਅਰੇਂਜਮੈਂਟ ਵਿਆਹੁੰਦੇ ਜਿਹੜੇ ਖੁਦ ਆਪ ਕਰਦੇ ਹਨ, ਜਦੋਂ ਕਿ ਏਸ਼ੀਅਨਾਂ ਦੇ ਅਰੇਂਜਮੈਂਟ ਵਿੱਚ ਏਸ਼ੀਅਨ ਲੋਕਾਂ ਦੇ ਮਾਂ ਪਿਓ ਅਤੇ ਹੋਰ ਰਿਸ਼ਤੇਦਾਰ ਦੋਸਤ ਮਿੱਤਰ ਵੀ ਸਹਾਇਤਾ ਕਰਦੇ ਹਨ। ਸੋ ਸੱਜਣੋ, ਇਸ ਕਸਵੱਟੀ ਮੁਤਾਬਕ ਵਿਆਹ ਤਾਂ ਸਾਰੇ ਹੀ ਅਰੇਂਜਡ ਹੀ ਹੋਏ। ਮੈਂ ਗੱਲ ਚਾਲੂ ਕਰਦਿਆਂ ਕਿਹਾ, ਬਲੈਤੀ ਮੈਰਿਜ ਗਾਈਡੈਂਸ ਕਾਉਂਸਲਰ ਦੇ ਕੋਰਸ ਮੁਤਾਬਕ ਵਿਆਹ ਵੇਲੇ ਅਸੀਂ 3 ਮੁੱਖ ਗੱਲਾਂ ਦਾ ਖਿਆਲ ਰੱਖਦੇ ਹਾਂ। ਪਹਿਲੀ, ਵਰ ਜਾਤੀ ਤੌਰ 'ਤੇ ਮਨਪਸੰਦ ਦਾ ਹੋਵੇ। ਦੂਜੀ, ਵਰ ਦੀ ਆਰਥਿਕ ਹਾਲਤ ਠੀਕ ਹੋਵੇ। ਤੀਜੀ, ਵਰ ਦੀ ਸਮਾਜਿਕ ਜਮਾਤ ਮੇਲ ਖਾਂਦੀ ਹੋਵੇ। ਕਹਿਣ ਦਾ ਭਾਵ 3 ਫੈਕਟਰਸ: ਪਰਸਨਲ ਪ੍ਰੈਫਰੈਂਸ, ਨੰਬਰ 2 ਫਾਈਨੈਂਸ਼ੀਅਲ ਫੈਕਟਰ, ਨੰਬਰ 3 ਸੋਸ਼ਲ ਫੈਕਟਰ। ਵਿਆਹ ਤੋਂ ਪਹਿਲਾਂ ਇਹ 3 ਮੁੱਖ ਗੱਲਾਂ ਇੱਕ ਦੂਜੇ ਬਾਰੇ ਘੋਖੀਆਂ ਅਤੇ ਪੜਤਾਲੀਆਂ ਜਾਂਦੀਆਂ ਹਨ ਤਾਂ ਕਿ ਬਾਅਦ ਦੀ ਵਿਆਹੁਤਾ ਜ਼ਿੰਦਗੀ ਠੀਕ ਨਿਭ ਸਕੇ। ਗੱਲ 'ਤੇ ਜ਼ੋਰ ਦਿੰਦਿਆਂ ਮੈਂ ਕਿਹਾ, ਯਕੀਨ ਮੰਨੋ ਇਹ ਹੀ 3 ਗੱਲਾਂ ਏਸ਼ੀਅਨ ਵਿਆਹ ਵੇਲੇ ਵੀ ਘੋਖੀਆਂ ਜਾਂਦੀਆਂ ਹਨ। ਮੁੰਡੇ ਕੁੜੀ ਨੂੰ ਇਸ ਕੰਮ ਵਿੱਚ ਮਾਂ ਪਿਓ ਅਤੇ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਮਿੱਤਰਾਂ ਤੋਂ ਵੀ ਸਹਾਇਤਾ ਮਿਲਦੀ ਹੈ। ਮੇਰੇ ਮਨ ਵਿੱਚ ਕਈ ਨਰੜ ਵਿਆਹਾਂ ਦੇ ਕਿੱਸੇ ਵੀ ਫਿਲਮ ਵਾਂਗ ਘੁੰਮ ਰਹੇ ਸਨ, ਪਰ ਇੱਥੇ ਉਹਨਾਂ ਬਾਰੇ ਦੱਸ ਕੇ ਮੈਂ ਅਸਲੀ ਨੁਕਤੇ ਤੋਂ ਦੂਰ ਨਹੀਂ ਸੀ ਹੋਣਾ ਚਾਹੁੰਦਾ। ਮੈਨੂੰ ਕਈ ਤਰ੍ਹਾਂ ਦੀਆਂ ਹੁੰਦੀਆਂ ਜਾਤੀਆਂ ਦਾ ਵੀ ਖਿਆਲ ਆ ਰਿਹਾ ਸੀ, ਪਰ ਇੱਥੇ ਗੱਲ ਸੱਭਿਆਚਾਰਕ ਨਸਲਵਾਦ ਦੀ ਹੋ ਰਹੀ ਸੀ ਅਤੇ ਇਸ ਨੁਕਤੇ ਤੋਂ ਮੈਂ ਬਿਲਕੁਲ ਉਖੜਨਾ ਨਹੀਂ ਸੀ ਚਾਹੁੰਦਾ। ਮੈਂ ਕਿਹਾ,
ਪੱਛਮੀ ਮੁਲਕਾਂ ਵਿੱਚ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਤੂੰ ਫਲਾਣੇ ਨਾਲ ਮੇਲ ਮਿਲਾਪ ਨਹੀਂ ਰੱਖਣਾ, ਉਹ ਕਾਮਾ ਜਮਾਤ ਵਰਕਿੰਗ ਕਲਾਸ ਨਾਲ ਸੰਬੰਧ ਰੱਖਦਾ ਹੈ, ਜਾਂ ਕਾਲੇ ਲੋਕਾਂ ਨਾਲ ਨਹੀਂ ਮਿਲਣਾ। ਬੱਚਿਆਂ ਦੇ ਵੱਡੇ ਹੋਣ ਤੱਕ ਮਾਂ ਪਿਓ ਉਹਨਾਂ ਦੇ ਦੋਸਤਾਂ 'ਤੇ ਪੂਰੀ ਨਿਗਾਹ ਰੱਖਦੇ ਹਨ। ਕਿੰਨੇ ਕੁ ਬੱਗੇ ਮਾਂ ਪਿਓ ਹਨ ਜੋ ਇਹ ਹੱਸ ਕੇ ਮਨਜ਼ੂਰ ਕਰ ਲੈਂਦੇ ਹਨ ਕਿ ਉਹਨਾਂ ਦੀਆਂ ਕੁੜੀਆਂ ਕਾਲਿਆਂ ਨਾਲ ਵਿਆਹ ਕਰਵਾ ਲੈਣ। ਉਹਨਾਂ ਦਾ ਆਜ਼ਾਦੀ ਵਾਲਾ ਨੁਕਤਾ ਕਿੱਥੇ ਚਲੇ ਜਾਂਦਾ ਹੈ। ਕਿੰਨੇ ਕੁ ਕਾਮਾ ਜਮਾਤ ਨਾਲ ਸੰਬੰਧ ਰੱਖਦੇ ਲੋਕਾਂ ਦੇ ਵਿਆਹ ਸ਼ਾਹੀ ਘਰਾਣਿਆਂ ਜਾਂ ਉੱਪਰਲੀ ਮੱਧ ਸ਼੍ਰੇਣੀ ਦੇ ਲੋਕਾਂ ਨਾਲ ਹੋਏ ਹਨ। ਕੀ ਇਹ ਅਰੇਂਜ ਤਰੀਕਾ ਨਹੀਂ ਹੈ? ਜੇ ਹੈ ਤਾਂ ਫਿਰ ਏਸ਼ੀਅਨ ਵਿਆਹਾਂ ਨੂੰ ਕਿਉਂ ਅਰੇਂਜ ਮੈਰਿਜ ਕਿਹਾ ਜਾਂਦਾ ਅਤੇ ਆਪਣਿਆਂ ਨੂੰ ਨਹੀਂ? ਇਸ ਤੋਂ ਬਿਨਾਂ ਗੋਰੇ ਲੋਕ ਕੌਣ ਹੁੰਦੇ ਹਨ ਸਾਡੇ ਵਿਆਹਾਂ ਦੀ ਪਰਿਭਾਸ਼ਾ ਦੇਣ ਵਾਲੇ? ਅਸੀਂ ਆਪਣੇ ਰੀਤੀ ਰਿਵਾਜ਼ਾਂ ਦੇ ਖੁਦ ਨਾਂ ਰੱਖ ਸਕਦੇ ਹਾਂ ਅਤੇ ਉਹਨਾਂ ਦੀ ਪਰਿਭਾਸ਼ਾ ਵੀ ਦੱਸ ਸਕਦੇ ਹਾਂ। ਮੈਂ ਹੁਣ ਥੋੜ੍ਹੀ ਜਿਹੀ ਗਰਮੀ ਫੜ ਲਈ ਸੀ ਅਤੇ ਇੱਕ ਦੋ ਗੋਰੀਆਂ ਮੈਨੂੰ ਟੋਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਬੈਠਿਆ ਨਾ। ਗੱਲ ਚਾਲੂ ਰੱਖਦਿਆਂ ਮੈਂ ਕਿਹਾ, ਗੋਰੀਆਂ ਅਤੇ ਗੋਰਿਆਂ ਉੱਪਰ ਆਪਣੇ ਬਾਹਰ ਲੱਭਣ ਦਾ ਇੰਨਾ ਜ਼ਿਆਦਾ ਦਬਾਅ ਹੁੰਦਾ ਹੈ ਕਿ ਉਹ ਕਦੇ ਡਿਸਕੋ ਜਾਂਦੇ ਹਨ, ਕਦੇ ਪਾਰਟੀਆਂ ਦਾ ਪ੍ਰਬੰਧ ਕਰਦੇ ਹਨ, ਕਈਆਂ ਨਾਲ ਸੈਕਸੀ ਤਜਰਬੇ ਕਰਦੇ ਹਨ। ਪਰ ਇਹ ਕੰਮ ਏਸ਼ੀਅਨਾਂ ਵਿੱਚ ਨਹੀਂ ਹੁੰਦਾ। ਹੋਰ ਤਾਂ ਹੋਰ ਹੁਣ ਤਾਂ ਬਲਾਈਂਡ ਡੇਟਿੰਗ, ਕੰਪਿਊਟਰ ਮੈਰਿਜ ਆਦਿ ਅਤੇ ਅਖਬਾਰਾਂ ਵਿੱਚ ਵਿਆਹਾਂ ਬਾਰੇ ਇਸ਼ਤਿਹਾਰ ਦੇਣ ਦਾ ਵੀ ਪੱਛਮੀ ਮੁਲਕਾਂ ਵਿੱਚ ਰਿਵਾਜ ਜ਼ੋਰਾਂ ਸ਼ੋਰਾਂ ਨਾਲ ਚੱਲ ਪਿਆ ਹੈ। ਕੀ ਇਹ ਸਭ ਕੁਝ ਅਰੇਂਜ ਮੈਰਿਜ ਵਾਲੀ ਗੱਲ ਨਹੀਂ? ਏਸ਼ੀਅਨ ਲੋਕ ਤਾਂ ਮਾਂ ਪਿਓ, ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਸਿਆਣਪ ਅਤੇ ਤਜਰਬੇ ਦਾ ਫਾਇਦਾ ਉਠਾਉਂਦੇ ਹਨ, ਪਰ ਪੱਛਮੀ ਮੁਲਕਾਂ ਵਿੱਚ ਤੁੱਕੇਬਾਜ਼ੀ ਤੋਂ ਕੰਮ ਲਿਆ ਜਾਂਦਾ ਹੈ। ਅਗਰ ਵਿਆਹ ਦੀ ਸਫਲਤਾ ਬਾਰੇ ਵੀ ਗੱਲ ਕਰੀਏ ਤਾਂ ਪੱਛਮੀ ਮੁਲਕਾਂ ਵਿੱਚ ਅਤੇ ਖਾਸ ਕਰਕੇ ਬਰਤਾਨੀਆ ਵਿੱਚ ਤਲਾਕ ਦੀ ਦਰ ਹੁਣ 35 ਤੋਂ 50% ਹੈ, ਜੋ ਕਿ ਯੂਰਪੀਅਨ ਮੁਲਕਾਂ ਵਿੱਚ ਸਭ ਤੋਂ ਜ਼ਿਆਦਾ ਹੈ। 35 ਲੱਖ ਪਾਉਂਡ ਹਰ ਰੋਜ਼ ਦਾ ਤੜਕੇ ਵਿਆਹਾਂ 'ਤੇ ਖਰਚ ਹੁੰਦਾ ਹੈ। ਇਹ ਲੇਖ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਇਹ 1989 ਦੇ ਲਿਖੇ ਹੋਏ ਆ, ਜਿਹਨੂੰ ਕਿ 31 ਸਾਲ ਤੋਂ ਵੀ ਜਾਣੀ ਕਿ ਜ਼ਿਆਦਾ ਸਮਾਂ ਯਾਨੀ ਕਿ ਹੋ ਗਿਆ ਹੈਗਾ। ਸੋ 35 ਲੱਖ ਪਾਉਂਡ ਹਰ ਰੋਜ਼ ਦਾ ਤੜਕੇ ਵਿਆਹਾਂ 'ਤੇ ਖਰਚ ਹੁੰਦਾ ਹੈ। ਏਸ਼ੀਅਨ ਮੁਲਕਾਂ ਵਿੱਚ ਤਲਾਕ ਦੀ ਦਰ ਇੰਨੀ ਜ਼ਿਆਦਾ ਨਹੀਂ ਹੈ। ਫਿਰ ਲਵ ਮੈਰਿਜ, ਫਰੀ ਲਵ ਵਾਲਿਆਂ ਦਾ ਵਿਆਹ ਢੰਗ ਵਧੀਆ ਹੋਇਆ ਜਾਂ ਅਖੌਤੀ ਅਰੇਂਜ ਮੈਰਿਜ ਵਾਲਿਆਂ ਦਾ? ਏਸ਼ੀਅਨਾਂ ਵਿੱਚ ਅਗਰ ਵਿਆਹ ਤਿੜਕ ਜਾਵੇ ਤਾਂ ਮੁੰਡੇ ਕੁੜੀ ਦੀ ਮਦਦ ਲਈ ਉਹਨਾਂ ਦਾ ਪਰਿਵਾਰ ਅਤੇ ਦੋਸਤ ਹੁੰਦੇ ਹਨ, ਪਰ ਗੋਰੇ ਗੋਰੀਆਂ ਦੇ ਵਿਆਹ ਤਿੜਕਣ 'ਤੇ ਉਹ ਕਲਮ ਕਲੇ ਰਹਿ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਛੇੜ ਲੈਂਦੇ ਹਨ। ਇਸੇ ਕਰਕੇ ਉਹਨਾਂ ਦੀਆਂ ਮੈਰਿਜ ਗਾਈਡੈਂਸ ਕਾਉਂਸਲਾਂ ਅਤੇ ਮਨੋਵਿਗਿਆਨਕਾਂ ਜਾਂ ਡਾਕਟਰਾਂ ਤੋਂ ਸਲਾਹ ਮਸ਼ਵਰਾ ਲੈਣ ਲਈ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਇਹਦੇ ਵਿੱਚ ਭਾਵੇਂ ਕੋਈ ਸ਼ੱਕ ਨਹੀਂ ਕਿ ਔਰਤਾਂ ਨਾਲ ਹਰ ਸਮਾਜ ਵਿੱਚ ਧੱਕਾ ਹੁੰਦਾ ਹੈ। ਇਹਦੇ ਵਿੱਚ ਨਾ ਤਾਂ ਏਸ਼ੀਅਨ ਅਤੇ ਨਾ ਹੀ ਪੱਛਮੀ ਮੁਲਕ ਦੁੱਤ ਉੱਤੇ ਹਨ। ਜੇ ਬਰਤਾਨੀਆ ਔਰਤਾਂ ਨੂੰ ਬਰਾਬਰ ਦੇ ਹੱਕਾਂ ਦਾ ਝੰਡਾ ਬਰਦਾਰ ਹੁੰਦਾ ਤਾਂ ਇੱਥੇ ਸੈਕਸ ਡਿਸਕ੍ਰਿਮੀਨੇਸ਼ਨ ਐਕਟ 1975 ਬਣਾਉਣ ਦੀ ਜ਼ਰੂਰਤ ਨਾ ਪੈਂਦੀ। ਇਸੇ ਮੁਲਕ ਦੀਆਂ ਅਜੇ ਕੱਲ੍ਹ ਦੀਆਂ ਗੱਲਾਂ ਹਨ ਕਿ ਔਰਤਾਂ ਨੂੰ ਕਾਨੂੰਨ ਦੀ ਪੜ੍ਹਾਈ ਕਰਨ ਦੀ ਜਾਂ ਟੀਚਰ ਆਦਿ ਬਣਨ ਦੀ ਆਗਿਆ ਨਹੀਂ ਸੀ। ਹੋਰ ਤਾਂ ਹੋਰ ਵੋਟ ਪਾਉਣ ਦਾ ਹੱਕ ਤੱਕ ਵੀ ਨਹੀਂ ਸੀ। ਇਹ ਤਾਂ ਸਿਆਣੇ ਲੋਕਾਂ ਕਾਰਲ ਮਾਰਕਸ, ਫਰੈਡਰਿਕ ਐਂਗਲਸ, ਚਾਰਲਸ ਡਿਕਨ, ਰੋਬਰਟ ਓਵੇਨ ਵਰਗੇ ਬੰਦਿਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਇੱਥੇ ਸੁਧਾਰ ਹੋਇਆ ਹੈ। ਇੰਡਸਟਰੀਅਲ ਰੈਵੋਲੂਸ਼ਨ ਤੋਂ ਪਹਿਲਾਂ ਔਰਤਾਂ ਦਾ ਇੱਥੇ ਬੜਾ ਮੰਦਾ ਹਾਲ ਸੀ। ਨਿਰੜ ਵਿਆਹਾਂ ਦਾ ਇੱਥੇ ਵੀ ਆਮ ਰਿਵਾਜ ਸੀ। ਆਰਥਿਕਤਾ ਦੀ ਨਿਰਭਰਤਾ ਘਟਣ ਨਾਲ ਜਾਤੀ ਰਿਸ਼ਤਿਆਂ ਵਿੱਚ ਫਰਕ ਪਿਆ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਔਰਤਾਂ ਨਾਲ ਵਿਤਕਰਾ ਇੱਥੇ ਘਟਿਆ ਨਹੀਂ ਹੈ। ਹੁਣੇ ਤਾਜ਼ਾ ਛਪੀ ਰਿਪੋਰਟ ਮੁਤਾਬਕ ਵਿਤਕਰਾ ਅਜੇ ਵੀ ਕਾਫੀ ਮਾਤਰਾ ਵਿੱਚ ਚੱਲ ਰਿਹਾ ਹੈ। ਇੱਕ ਹੋਰ ਗੱਲ ਜਿਹੜੀ ਮੈਂ ਇੱਥੇ ਦੱਸਣੀ ਚਾਹੁੰਦਾ ਹਾਂ ਕਿ ਪੂਰਬੀ ਸਭਿਅਤਾ ਵਿੱਚ ਔਰਤਾਂ ਨੂੰ ਨੰਗੇਜ਼ ਪ੍ਰਦਰਸ਼ਨੀ ਵਾਂਗ ਨਹੀਂ ਵਰਤਿਆ ਜਾਂਦਾ। ਔਰਤ ਪੱਛਮੀ ਸਮਾਜ ਵਿੱਚ ਸੈਕਸ ਸਿੰਬਲ ਹੈ। ਇਹਨਾਂ ਦੇ ਕੱਪੜੇ ਪਾਉਣ ਦੇ ਢੰਗ ਤਰੀਕੇ ਵੀ ਕਾਮ ਉਕਸਾਊ ਹਨ। ਸਨ ਵਰਗੇ ਪਰਚਿਆਂ ਵਿੱਚ ਹਰ ਰੋਜ਼ ਔਰਤ ਦੀ ਨੰਗੀ ਫੋਟੋ ਲਾਉਣ ਦਾ ਰਿਵਾਜ ਪੱਛਮੀ ਮੁਲਕਾਂ ਵਿੱਚ ਹੀ ਹੈ। ਹੋਰ ਲੁੱਚੇ ਰਸਾਲੇ ਅਤੇ ਇਸ਼ਤਿਹਾਰ ਪੱਛਮੀ ਸਭਿਅਤਾ 'ਚ ਹੀ ਪ੍ਰਚਲਿਤ ਹਨ। ਇਹ ਗੱਲਾਂ ਪੂਰਬੀ ਸਭਿਅਤਾ ਵਿੱਚ ਅੰਦਰ ਖਾਤੇ ਤਾਂ ਭਾਵੇਂ ਹੁੰਦੀਆਂ ਹਨ, ਪਰ ਪ੍ਰਦਰਸ਼ਨੀ ਅਜੇ ਮਨਜ਼ੂਰ ਨਹੀਂ ਹੈ। ਪੂਰਬੀ ਸਭਿਅਤਾ ਵਿੱਚ ਇੱਜ਼ਤ ਵਾਲੀ ਗੱਲ ਤੁਰਾ ਹੈ। ਬੱਚਿਆਂ ਨੂੰ ਮਾਂ ਭੈਣ ਦੀ ਇੱਜ਼ਤ ਕਰਨੀ ਸਿਖਾਈ ਜਾਂਦੀ ਹੈ। ਇੱਥੇ ਮੈਂ ਆਪਣਾ ਜਲੂਸ ਨਹੀਂ ਸੀ ਕੱਢਣਾ ਚਾਹੁੰਦਾ ਕਿ ਜਿੰਨੀਆਂ ਗਾਲਾਂ ਹਨ ਉਹ ਜਾਂ ਤਾਂ ਮਾਂ ਨਾਲ ਸੰਬੰਧਿਤ ਹਨ ਅਤੇ ਜਾਂ ਫਿਰ ਭੈਣ ਨਾਲ। ਕਰਵਾ ਚੌਥ, ਰੱਖੜੀ ਅਤੇ ਲੋਹੜੀ ਵਰਗੇ ਮਰਦ ਪ੍ਰਧਾਨ ਤਿਉਹਾਰਾਂ ਦੀ ਪ੍ਰਚਲਿਤ ਬਾਰੇ ਵੀ ਮੈਂ ਇੱਥੇ ਜਾਣ ਕੇ ਨਹੀਂ ਸੀ ਗੱਲ ਕਰ ਰਿਹਾ। ਇਹ ਵੀ ਕਿ ਮੁੰਡਾ ਜੰਮਣ 'ਤੇ ਹੀ ਜ਼ਿਆਦਾਤਰ ਲੋਕ ਖੁਸ਼ੀਆਂ ਮਨਾਉਂਦੇ ਹਨ ਅਤੇ ਮਠਿਆਈਆਂ ਵੰਡਦੇ ਹਨ। ਮੁੰਡਾ ਲੈਣ ਲਈ ਕਈ ਤਰ੍ਹਾਂ ਦੀਆਂ ਲੇਲੜੀਆਂ ਕੱਢੀਆਂ ਜਾਂਦੀਆਂ ਹਨ। ਇਹ ਗੱਲ ਜਦੀ ਹੈ ਕਿ ਵੱਡਾ ਹੋ ਕੇ ਬਦਸਲੂਕੀ ਜ਼ਿਆਦਾਤਰ ਕੇਸਾਂ ਵਿੱਚ ਮੁੰਡਾ ਹੀ ਕਰਦਾ ਹੈ, ਨਾ ਕਿ ਕੁੜੀ। ਜੜ ਹਰੀ ਰੱਖਣ ਵਾਲੀ ਗੱਲ ਵੀ ਮੁੰਡੇ ਨਾਲ ਜੋੜੀ ਜਾਂਦੀ ਹੈ, ਨਾ ਕਿ ਕੁੜੀ ਦੇ ਬੱਚਿਆਂ ਨਾਲ। ਪੱਛਮੀ ਮੁਲਕਾਂ ਵਾਂਗ ਵਿਆਹ ਤੋਂ ਬਾਅਦ ਕੁੜੀ ਦੇ ਨਾਂ ਦਾ ਗੋਤ ਬਦਲ ਦਿੱਤਾ ਜਾਂਦਾ ਹੈ, ਨਾ ਕਿ ਮਰਦ ਦਾ। ਮਰਦ ਸਦਾ ਹੀ ਮਿਸਟਰ ਰਹਿੰਦਾ ਹੈ, ਪਰ ਔਰਤ ਮਿਸਿਸ ਬਣ ਜਾਂਦੀ ਹੈ। ਆਪਣੀ ਕੁਰਸੀ 'ਤੇ ਬੈਠਣ ਤੋਂ ਪਹਿਲਾਂ ਮੈਂ ਸਵਾਲ ਕੀਤਾ, ਸ਼ਾਹੀ ਪਰਿਵਾਰ ਬਰਤਾਨੀਆ ਦੇ ਬਹੁਤ ਲੋਕਾਂ ਦੀ ਸ਼ਾਨ ਹੈ। ਸ਼ਹਿਜ਼ਾਦੇ ਚਾਰਲਸ ਦਾ ਵਿਆਹ ਹੋਇਆ ਤਾਂ ਲੋਕਾਂ ਗਲੀਆਂ ਬਾਜ਼ਾਰਾਂ ਵਿੱਚ ਖੁਸ਼ੀਆਂ ਮਨਾਈਆਂ। ਉਹਦੇ ਵਿਆਹ ਨੂੰ ਟੈਲੀਵਿਜ਼ਨ ਨਾਲ ਗੂੰਦ ਵਾਂਗ ਅੱਖਾਂ ਜੋੜ ਕੇ ਦੇਖਿਆ ਅਤੇ ਕਈਆਂ ਨੇ ਰਿਕਾਰਡਿੰਗ ਵੀ ਕੀਤੀ। ਕੀ ਤੁਹਾਨੂੰ ਪਤਾ ਹੈ ਕਿ ਉਹਦਾ ਵਿਆਹ ਵੀ ਅਰੇਂਜ ਮੈਰਿਜ ਸੀ?
ਹੁਣ ਦੁਪਹਿਰ ਦਾ 1 ਵੱਜ ਚੁੱਕਾ ਸੀ। ਗੋਰੇ ਗੋਰੀਆਂ ਚੁੱਪ ਕਰਕੇ ਖਾਣਾ ਖਾਣ ਤੁਰ ਪਏ। ਮੇਰੇ ਨਾਲ ਬਹੁਤੇ ਹੁਣ ਅੱਖ ਨਹੀਂ ਸੀ ਮਿਲਾ ਰਿਹਾ। ਮੈਂ ਖਾਣਾ ਖਾਣ ਦੀ ਬਜਾਏ ਆਪਣੀ ਸਵਿਮਿੰਗ ਕਿੱਟ ਚੁੱਕੀ ਅਤੇ ਯੂਨੀਵਰਸਿਟੀ ਦੇ ਤਲਾਅ ਵਿੱਚ ਤਾਰੀਆਂ ਲਾਉਣ ਲੱਗਾ। ਉੱਥੇ ਪੌਣਾ ਘੰਟਾ ਮੈਂ ਪਾਣੀ ਨਾਲ ਘੋਲ ਕਰਦਾ ਰਿਹਾ। ਇਹ ਤਾਂ ਸੀ ਜੀ ਮੇਰਾ ਇਹ ਲੇਖ ਅਰੇਂਜ ਮੈਰਿਜ ਬਾਰੇ। ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰਦਾ ਤਾਂ ਕਿ ਆਪਾਂ ਇਸ ਮਸਲੇ 'ਤੇ ਖੁੱਲ੍ਹ ਕੇ ਗੱਲ ਕਰ ਸਕੀਏ। ਹਾਂਜੀ, ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਨਮਸਕਾਰ ਜੀ। ਹਾਂਜੀ ਨਮਸਕਾਰ ਜੀ। ਮਾਨ ਸਾਹਿਬ ਕੀ ਕਹਿਣਾ ਚਾਹੋਗੇ? ਠੀਕ ਠਾਕ ਹੈ। ਕਹਿਣਾ ਕੀ ਹੈ ਜੀ, ਇਹ ਜਿਹੜਾ ਨਾ ਤੁਸੀਂ ਮੁੱਦਾ ਲੈ ਕੇ ਆਏ ਆ ਅਰੇਂਜ ਮੈਰਿਜ ਦਾ ਤੇ ਕਿਦਾਂ ਲਵ ਮੈਰਿਜ ਤੇ ਫੋਰਸ ਮੈਰਿਜ। ਹਾਂਜੀ ਹਾਂਜੀ। ਲਵ ਮੈਰਿਜ ਜ਼ਰੂਰ ਹੋਣੀ ਚਾਹੀਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਦੋਨਾਂ ਸਾਈਡਾਂ ਦੇ ਇੱਕ ਦੂਸਰੇ ਨੂੰ ਦੇਖ ਕੇ ਕਰਨੀ ਚਾਹੀਦੀ ਆ। ਲੇਕਿਨ ਜਿਹੜੀ ਹੈਗੀ ਅਰੇਂਜ ਮੈਰਿਜ ਉਹ ਵੀ ਕਿਸਮ ਦੀ ਲਵ ਮੈਰਿਜ ਹੁੰਦੀ। ਅੱਜ ਕੱਲ੍ਹ ਤਾਂ ਕਿਤੇ ਨਾ ਇੱਥੇ ਮੁੰਡੇ ਕੁੜੀਆਂ ਗੱਲਾਂ ਕਰਕੇ ਤਾਂਹੀਓ ਬਾਅਦ 'ਚ ਉਹ ਅਰੇਂਜ ਕੀਤਾ ਜਾਂਦਾ। ਬਿਲਕੁਲ ਬਿਲਕੁਲ। ਲੇਕਿਨ ਅੱਜ ਤੋਂ ਤੁਸੀਂ ਕਿਤੇ ਨਾ ਇੰਡੀਆ ਵਿੱਚ ਚਲੇ ਜਾਓ, ਉਸ ਵੇਲੇ ਤਾਂ ਇੰਡੀਆ ਦੇ ਵਿੱਚ ਤਾਂ ਜਦੋਂ ਮੇਰਾ ਖਿਆਲ ਉੱਥੇ ਅਰੇਂਜ ਮੈਰਿਜ ਦਾ ਕੋਈ ਮਤਲਬ ਹੀ ਨਹੀਂ ਸੀਗਾ ਕਿ ਜਦੋਂ ਮੁੰਡੇ ਕੁੜੀ ਦਾ ਵਿਆਹ ਹੋ ਜਾਂਦਾ ਸੀ ਉਹ ਤੋਂ ਬਾਅਦ ਹੀ ਪਤਾ ਲੱਗਦਾ ਸੀ ਵੀ ਵਿਆਹ ਹੋ ਗਿਆ। ਲੇਕਿਨ ਪਹਿਲਾਂ ਤਾਂ ਕੋਈ ਪਤਾ ਹੀ ਨਹੀਂ ਸੀ ਲੱਗਦਾ ਵਿਆਹ ਦਾ ਵੀ ਵਿਆਹ ਹੈਗਾ ਵੀ ਆ। ਉੱਥੇ ਤਾਂ ਮਾਨ ਸਾਹਿਬ ਕੁੜੀ ਉਦੋਂ ਦੇਖਦਾ ਸੀ ਲਾੜਾ ਇਨਕੇ ਜਿਸ ਦਿਨ ਵਿਆਹ ਹੁੰਦਾ ਸੀ। ਉਹ ਤੋਂ ਵੀ 2 ਦਿਨ ਬਾਅਦ ਜੀ, 5-7 ਦਿਨ ਬਾਅਦ ਹੀ। ਹਾਂਜੀ। ਅੱਛਾ। ਤੇ ਬਾਕੀ ਜਿਹੜੀ ਹੈਗੀ ਆ ਫੋਰਸ ਮੈਰਿਜ ਹੈ ਨਾ, ਉਹਦੇ ਮੈਂ ਅਗੇਂਸਟ ਆ ਕਿ ਫੋਰਸ ਮੈਰਿਜ ਨਹੀਂ ਹੋਣੀ ਚਾਹੀਦੀ। ਬਿਲਕੁਲ ਬਿਲਕੁਲ। ਕਿਉਂਕਿ ਫੋਰਸ ਜਿਹੜੀ ਦੋਨੋਂ ਧਿਰਾਂ ਅਗਰ ਰਾਜੀ ਆ ਤਾਂ ਹੀ ਵਿਆਹ ਕਰਨਾ ਚਾਹੀਦਾ। ਬਿਲਕੁਲ। ਲੇਕਿਨ ਇੱਥੋਂ ਲੋਕ ਲਿਜਾ ਕੇ ਫੋਰਸ ਕਰਕੇ ਬੱਚਿਆਂ ਨੂੰ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਜਾਂ ਹੋਰ ਮੁਲਕਾਂ ਵਿੱਚ ਜਾ ਕੇ ਕਰਦੇ ਨੇ, ਉਹ ਤੋਂ ਬਾਅਦ ਅਗਰ ਬੱਚਾ ਨਹੀਂ ਮੰਨਦਾ ਫਿਰ ਉਹਨਾਂ ਦੇ ਕਿਤੇ ਨਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਇਸ ਚੀਜ਼ ਦੇ ਅਗੇਂਸਟ ਹੈ ਕਿਉਂਕਿ ਬੱਚਿਆਂ ਦੇ ਨਾਲ ਉਹ ਆਜ਼ਾਦੀ ਆ। ਕਿਉਂਕਿ ਹਰੇਕ ਇਨਸਾਨ ਚਾਹੀਦਾ ਕਿ ਉਹਦੇ ਬਰਾਬਰ ਦੇ ਹੱਕ ਹੋਣੇ ਚਾਹੀਦੇ ਆ। ਉਹ ਇੰਡੀਪੈਂਡੈਂਟ ਆ, ਜੋ ਵੀ ਚਾਹੇ ਉਹਨੂੰ ਕਰਨ ਦਾ ਹੱਕ ਹੋਣਾ ਚਾਹੀਦਾ ਆ। ਨੰਬਰ 1 ਕਿਉਂਕਿ ਅਸੀਂ ਅਗਰ ਕਿਸੇ ਬੱਚੇ ਨੂੰ ਜਨਮ ਦੇ ਕੇ ਪਾਲ ਕੇ ਐਡਾ ਵੱਡਾ ਕਰਦੇ ਆ, ਅਗਰ ਅਸੀਂ ਉਹਦੀ ਮਨਮਰਜ਼ੀ ਦੇ ਨਾਲ ਉਹਦਾ ਖਿਆਲ ਨਾ ਰੱਖਿਆ ਜਾਵੇ ਤਾਂ ਫਿਰ ਬੱਚਿਆਂ ਦਾ ਪਾਲਣ ਪੋਸ਼ਣ ਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਤੇ ਇਸ ਕਰਕੇ ਦੂਸਰੀ ਗੱਲ ਹੈ ਕਿ ਜਿਹੜਾ ਜਦੋਂ ਵਿਆਹ ਹੋ ਗਿਆ ਬੱਚੇ ਦਾ ਅਰੇਂਜ, ਚਾਹੇ ਉਹ ਲਵ ਮੈਰਿਜ ਆ, ਉਹ ਵਿਆਹ ਨੂੰ ਉਸ ਅਰੇਂਜ ਮੈਰਿਜ ਨੂੰ ਉਹਨੂੰ ਪਗਾਉਣਾ ਐਂਡ ਤੱਕ ਤੁਸੀਂ ਕਸਮ ਖਾਂਦੇ ਆ ਕਿ ਮੈਂ ਤੇਰਾ ਜੀਵਨ ਭਰ ਸਾਥ ਦਊਂਗਾ। ਚਾਹੇ ਉਹ ਗ੍ਰੰਥ ਸਾਹਿਬ ਨਾ ਹੋਵੇ, ਚਾਹੇ ਰਜਿਸਟਰਡ ਮੈਰਿਜ ਹੋਵੇ, ਓਥ ਲਈ ਜਾਂਦੀ ਉੱਥੇ। ਲੇਕਿਨ ਹਰੇਕ ਇਨਸਾਨ ਨੂੰ ਉਸ ਓਥ ਦੇ ਉੱਤੇ ਖੜੇ ਰਹਿਣਾ ਚਾਹੀਦਾ। ਤੇ ਮੈਂ ਤਾਂ ਇਹੀ ਚੀਜ਼ ਕਹੂੰਗਾ ਕਿ ਕਈ ਵਾਰੀ ਬੰਦੇ ਕਹਿੰਦੇ ਜੀ ਇਹ ਕਿਤੇ ਨਾ ਏਦਾਂ ਹੀ ਹੋਣੀ ਸੀ, ਉੱਪਰੋਂ ਹੀ ਲਿਖਿਆ ਆਇਆ ਸੀਗਾ। ਜੇ ਦੋਨੋਂ ਪਾਸੇ ਲੋਕ ਹੋ ਜਾਂਦੇ ਵੀ ਜਾਂ ਤਾਂ ਕਹਿੰਦੇ ਜੀ ਇਹ ਧਰੋਂ ਇਹਨਾਂ ਦੇ ਕਿਤੇ ਨਾ ਲੇਖ ਲਿਖੇ ਆਏ ਆ, ਤੇ ਦੂਸਰੇ ਪਾਸੇ ਜਦੋਂ ਛੱਡ ਚੜੀ ਜਿਹਾ ਹੁੰਦੇ ਜੀ ਕਹਿੰਦੇ ਜੀ ਇਹ ਮੁੰਡੇ ਕੁੜੀ ਦੀ ਬਣੀ ਨੇ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਮੁੰਡੇ ਨੂੰ ਔਰ ਬੱਚੇ ਨੂੰ ਜਾਂ ਕੁੜੀ ਲੜਕੀ ਨੂੰ ਆਪਣੀ ਜ਼ਿੰਦਗੀ ਬਣਾਉਣੀ ਚਾਹੀਦੀ ਹੈ ਔਰ ਉਹਨਾਂ ਨੂੰ ਹੱਕ ਹੋਣਾ ਚਾਹੀਦਾ। ਮੈਂ ਤਾਂ ਇਹ ਕਹੂੰਗਾ। ਮਾਨ ਸਾਹਿਬ ਕੋਈ ਧਰੋਂ ਯਾਨੀ ਕਿ ਕਹਿੰਦੇ ਲੇਖ ਲਿਖਿਆ ਕੋਈ ਧੁਰਾ ਹੈ? ਕੋਈ ਧੁਰਾ ਨਹੀਂ ਜੀ ਹੈ, ਇੱਥੇ ਹੀ ਆ ਉੱਪਰ ਕੋਈ ਧੁਰਾ ਨਹੀਂ। ਉੱਪਰ ਤਾਂ ਇਹ ਤੁਸੀਂ ਕੋਈ ਚੀਜ਼ ਹੈ ਹੀ ਨਹੀਂ ਉੱਤੇ ਬੈਠੀ ਕਿ ਨਹੀਂ। ਇਹ ਤਾਂ ਸਿਰਫ ਆਪਣੇ ਮਨ ਨੂੰ ਜਿਹੜੀ ਹੈ ਨਾ ਅੰਧ ਵਿਸ਼ਵਾਸ ਹੈ। ਹਾਂ, ਇਹਨੂੰ ਕਹਿੰਦੇ ਬਲਾਈਂਡ ਫੇਥ। ਹਾਂਜੀ, ਬਲਾਈਂਡ ਫੇਥ ਆ। ਕੋਈ ਉੱਪਰੋਂ ਧੁਰਾ ਲਿਖਿਆ ਨਹੀਂ ਆਇਆ, ਨਾ ਉੱਤੇ ਕੋਈ ਕਿਤਾਬਾਂ ਲੈ ਕੇ ਬੈਠਾ ਤੇ ਨਾ ਕਿਸੇ ਨੇ ਲਿਖਿਆ ਉੱਤੇ। ਹਾਂਜੀ, ਥੈਂਕ ਯੂ ਮਾਨ ਸਾਹਿਬ। ਥੈਂਕ ਯੂ ਜਨਾਬ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਪ੍ਰੇਮ ਮਾਨ ਹੋਣੀ ਲੰਡਨ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ। ਤੁਸੀਂ ਵੀ ਸਾਨੂੰ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਨੂੰ ਦੱਸ ਸਕਦੇ ਆ। ਜਿਸ ਤਰ੍ਹਾਂ ਤੁਹਾਨੂੰ ਪਤਾ ਜੇ ਟੈਲੀਫੋਨ ਹੈਗਾ ਉਹ ਥੱਲੇ ਸਕਰੀਨ 'ਤੇ ਵੀ ਆ ਰਿਹਾ ਹੈਗਾ 0300 770 2246। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਹਰੀਸ਼, ਦਿਸ ਇਜ਼ ਅਵਤਾਰ ਮੰਗਟ। ਅਵਤਾਰ ਜੀ, ਕੀ ਕਹਿਣਾ ਚਾਹੋਗੇ ਇਹੋ ਜਿਹੇ ਗੁੰਝਲਦਾਰ ਮਸਲੇ ਬਾਰੇ? ਦੇਖੋ ਜੀ, ਇਹ ਜਿਹੜਾ ਟੌਪਿਕ ਹੈਗਾ ਬਹੁਤ ਕੰਪਲੈਕਸ ਹੈ। ਹਾਂ, ਸਿੰਪਲ ਨਹੀਂ ਹੈਗਾ। ਤੇ ਇਹ ਜਿਹੜੀ ਚੀਜ਼ ਹੈਗੀ ਆ ਇਹ ਬਹੁਤ ਡਿਪੈਂਡ ਕਰਦਾ ਵੀ ਕਿਸ ਸੁਸਾਇਟੀ 'ਚ ਤੁਸੀਂ ਹੈਗੇ ਹੋ, ਉਸ ਸੁਸਾਇਟੀ ਦੀਆਂ ਐਕਸਪੈਕਟੇਸ਼ਨਸ ਕੀ ਨੇ, ਕਲਚਰ ਕੀ ਹੈ, ਠੀਕ ਨਹੀਂ। ਤੇ ਕਿਹੜੇ ਉਸ ਵਿਦਿਨ ਸੁਸਾਇਟੀ ਕੋਈ ਜਿਹੜੀ ਸੁਸਾਇਟੀ ਵੀ ਕੋਈ ਹੈਗੀ ਹੈ ਹੋਮੋਜੀਨਸ ਸੁਸਾਇਟੀ ਨਹੀਂ ਹੁੰਦੀ, ਤੇ ਉਹਦੇ ਵੀ ਡਿਫਰੈਂਟ ਵੈਲਿਊ ਸਿਸਟਮਸ ਹੁੰਦੇ ਨੇ। ਬਿਲਕੁਲ। ਜੇ ਤੁਸੀਂ ਹੁਣੇ ਗੱਲ ਕਰ ਰਹੇ ਸੀ, ਜੇ ਪੁਰਾਣੀ ਸਿਸਟਮ ਚਲੇ ਜਾਵੋ, ਜੇ ਤੁਸੀਂ ਪਿੰਡਾਂ ਦੇ ਸਿਸਟਮ ਚਲੇ ਜਾਵੋ, ਪਿੰਡਾਂ 'ਚ ਤੁਹਾਡੇ ਐਕਸਪੈਕਟੇਸ਼ਨਸ ਕੀ ਸੀ? ਜਿਹੜੇ ਉੱਥੇ ਦੇ ਕੋਈ ਪੜ੍ਹੀ ਲਿਖੀ ਫੈਮਿਲੀ ਸੀ, ਘੱਟ ਵੱਧ ਸੀਗੇ, ਉਹਨਾਂ ਦਾ ਵੈਲਿਊ ਸਿਸਟਮ ਕੀ ਸੀ, ਉਹਨਾਂ ਦੀ ਐਕਸਪੈਕਟੇਸ਼ਨਸ ਕੀ ਸੀ, ਠੀਕ ਨਹੀਂ। ਤੇ ਉਸ ਮੁਤਾਬਕ ਜਿਹੜਾ ਸਿਸਟਮ ਸੀ ਉਹ ਉੱਥੇ ਦਾ,
ਉਹ ਸਕਸੈਸਫੁਲ ਗਿਣਿਆ ਜਾਂਦਾ ਸੀ, ਠੀਕ ਨਹੀਂ। ਫॉर एग्जांपल ਜੇ ਤੁਸੀਂ ਕਹਿੰਦੇ ਆ ਵੀ ਇੱਕ ਫੈਮਿਲੀ ਸੀਗੀ, ਲੈਂਡ ਉਹ ਕੰਮ ਕਰਦੇ ਸੀ ਜਾਂ ਦੂਸਰੇ ਕੰਮ ਕਰਦੇ ਸੀਗੇ, ਉਹਨਾਂ ਨੇ ਕੀ ਕਰਨਾ ਸੀ ਵੀ ਉਹਨਾਂ ਨੂੰ ਲੋੜ ਸੀ ਵੀ ਉਸੇ ਸੁਸਾਇਟੀ ਲਈ ਜਿਹੜੇ ਦੋਨੇ ਹਸਬੈਂਡ ਵਾਈਫ ਹੋਣ ਉਹਨੂੰ ਕਿੱਦਾਂ ਉੱਥੇ ਆਪਣਾ ਰੋਜ਼ਗਾਰ ਪੂਰਾ ਕਰਨ, ਠੀਕ ਨਹੀਂ। ਤੇ ਮਤਲਬ ਫਿਰ ਉਸ 'ਚ ਕੀ ਹੁੰਦਾ ਸੀਗਾ ਵੀ ਜਿਹੜੀ ਲੜਕੀ ਆ ਉਹਦੀ ਕੋਈ ਪੜ੍ਹਾਈ ਦੀ ਇੰਨੀ ਲੋੜ ਨਹੀਂ ਸੀ ਹੁੰਦੀ, ਲੜਕੇ ਦੀ ਪੜ੍ਹਾਈ ਦੀ ਇੰਨੀ ਲੋੜ ਨਹੀਂ ਸੀ ਹੁੰਦੀ। ਅੱਛਾ, ਤੇ ਫਿਰ ਜਿਹੜਾ ਸੋਸ਼ਲ ਕਲਾਸ ਸਿਸਟਮ ਸੀ ਜਾਂ ਕਾਸਟ ਸਿਸਟਮ ਤੁਸੀਂ ਕਹਿੰਦੇ ਹੋ, ਉਹਨੂੰ ਪਰਪੈਚੁਏਟ ਕਰਨਾ ਸੀ ਉਹਨਾਂ ਨੇ, ਠੀਕ ਨਹੀਂ। ਉਹ ਜਿਹੜੀ ਸੁਸਾਇਟੀ ਸੀਗੀ ਜਾਂ ਹੈਗੀ ਹਾਲੇ ਵੀ ਹਿੰਦੁਸਤਾਨ ਦੀ ਆਪਾਂ ਜਾਂ ਪਾਕਿਸਤਾਨ ਜਾਂ ਏਸ਼ੀਅਨ ਸੁਸਾਇਟੀ ਆਪਣੇ ਜਿਹਨੂੰ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਇੰਡੀਅਨ ਸਬ ਕੰਟੀਨੈਂਟ ਦੀ। ਅੱਛਾ, ਫਿਰ ਇੱਕ ਹੋਰ ਗੱਲ ਇੱਕ ਹੈਗੀ ਵੀ ਕਜ਼ਨ ਮੈਰਿਜਿਸ ਨੇ ਵਿਦ ਇਨ ਦੀ ਫੈਮਿਲੀ, ਕਜ਼ਨਸ ਦੇ ਵਿੱਚ ਵਿਆਹ ਕਰਨਾ ਹੈਗਾ, ਬਿਲਕੁਲ ਠੀਕ ਨਹੀਂ। ਉਹ ਜਿਹੜੇ ਇਸ਼ੂਜ਼ ਨੇ ਉਹ ਇਸ਼ੂਜ਼ ਉੱਦਾਂ ਦੀ ਲਾਈਫ ਸਟਾਈਲ 'ਚ ਬੰਦੇ ਰਹਿੰਦੇ ਸੀਗੇ। ਜਿਹੜੇ ਪ੍ਰੋਗਰੈਸਿਵ ਬੰਦੇ ਸੀਗੇ ਉਹ ਡਿਫਰੈਂਟ ਤਰੀਕੇ, ਉਦੋਂ ਵੀ ਡਿਫਰੈਂਟ ਮੈਰਿਜ ਸਿਸਟਮ ਸੀ ਉਹਨਾਂ ਦਾ, ਬਿਲਕੁਲ ਬਿਲਕੁਲ। ਹੁਣ ਦੇਖੋ ਆਪਾਂ ਇਸ ਕੰਟਰੀ 'ਚ ਆ ਗਏ ਹਾਂ, ਕਈ ਵਾਰੀ ਆਪਾਂ ਤੁਸੀਂ ਈਸਟ ਤੇ ਵੈਸਟ ਦੀ ਗੱਲ ਕਰਦੇ ਸੀਗੇ, ਈਸਟ ਤੇ ਵੈਸਟ ਦਾ ਇਸ਼ੂ ਨਹੀਂ ਹੈਗਾ। ਇਹ ਜਿਹੜੀ ਸੋਸ਼ਲ ਸਿਸਟਮ ਆ ਜਾਂ ਜਿਹੜੇ ਕਮਿਊਨਿਟੀਜ਼ ਨੇ ਉਹਦੇ ਡਿਵੈਲਪਮੈਂਟ ਦਾ ਇਸ਼ੂ ਹੈਗਾ ਵੀ ਕਿਹੜੀ ਲੈਵਲ ਤੇ ਤੁਸੀਂ ਡਿਵੈਲਪ ਹੋਏ ਹੋ। ਹੁਣ ਇਸ ਕੰਟਰੀ 'ਚ ਵੀ ਆਪਾਂ ਹੈਗੇ ਡਿਫਰੈਂਟ। ਹੁਣ ਆਪਣੇ ਦੇਖਦੇ ਲਾਸਟ ਜਿਹੜੇ 10 ਸਾਲ ਪਹਿਲਾਂ ਜਿਹੜੇ ਵਿਆਹ ਹੁੰਦੇ ਸੀਗੇ ਉਹ ਕਿਸ ਤਰ੍ਹਾਂ ਹੁੰਦੇ ਸੀਗੇ, ਜਿਹੜੇ ਅੱਜ ਵਿਆਹ ਹੁੰਦੇ ਨੇ ਕਿਸ ਤਰ੍ਹਾਂ ਹੁੰਦੇ ਨੇ। ਬਿਲਕੁਲ ਬਿਲਕੁਲ। ਮੇਰੇ ਵਿਆਹ ਨੂੰ ਜਦੋਂ ਸੀਗੇ, ਤੁਸੀਂ ਕੋਈ ਕਹੇਗਾ ਅਰੇਂਜ ਮੈਰਿਜ, ਮੈਂ ਪੁੱਛਿਆ ਜਦੋਂ ਤੁਸੀਂ ਪੁੱਛਿਆ ਅਰੇਂਜ ਮੈਰਿਜ ਵੀ ਯਸ ਇੰਟਰੋਡਿਊਸ ਸਾਨੂੰ ਕੀਤਾ ਗਿਆ, ਬਟ ਵੀ saw each other। ਬਿਲਕੁਲ। ਅੱਛਾ, ਜਦੋਂ ਵੀ saw each other my wife had the right, ਉਹਨੂੰ ਪੂਰੀ ਖੁੱਲ ਸੀਗੀ ਵੀ ਜੇ ਤੈਨੂੰ ਠੀਕ ਨਹੀਂ ਲੱਗਦਾ ਤੂੰ ਨਾ ਕਹਿ ਸਕਦੀ ਆ, ਠੀਕ ਨਹੀਂ। ਸੋ ਇਹ ਨਹੀਂ ਵੀ ਅੱਛਾ, ਹੈਵਿੰਗ ਸੈਡ ਦੈਟ ਅੱਜ ਵੀ ਇਸ ਕੰਟਰੀ 'ਚ ਲੜਕੇ ਲੜਕੀਆਂ ਦੇ ਵਿਆਹ ਹੋ ਰਹੇ ਨੇ, ਉਹ ਕਹਿੰਦੇ ਜੇ ਦੇਖ ਕੇ ਫਿਰ ਨਾ ਨਹੀਂ ਤੁਸੀਂ ਕਹਿ ਸਕਦੇ, ਤਾਂ ਫਾਇਦਾ ਕੀ ਹੋਇਆ, ਠੀਕ ਨਹੀਂ। ਫਿਰ ਜਿਹੜੀ ਐਕਸਪੈਕਟੇਸ਼ਨ ਹੁਣ ਦੇਖੋ, ਜਦੋਂ ਇੰਡਸਟਰੀਅਲ ਸੁਸਾਇਟੀ 'ਚ ਆਪਾਂ ਰਹਿਣੇ ਆ, ਹਸਬੈਂਡ ਵਾਈਫ ਨੇ ਕੰਮ ਕਰਨਾ ਹੈਗਾ, ਵਾਈਫ ਕੋਈ ਨੌਕਰਾਨੀ ਤਾਂ ਤੁਹਾਡੀ ਹੈ ਨਹੀਂ, ਬਿਲਕੁਲ ਠੀਕ ਨਹੀਂ। ਜਿਹੜੇ ਹਿਊਮਨ ਰਾਈਟਸ ਨੇ, ਲੜਕੀ ਦੇ ਵੀ ਉਹੀ ਰਾਈਟਸ ਨੇ, ਲੜਕੇ ਦੇ ਵੀ ਉਹੀ ਰਾਈਟਸ ਨੇ। ਜਦੋਂ ਲੜਕੀ ਕੰਮ ਤੇ ਜਾਂਦੀ ਆ, ਲੜਕਾ ਵੀ ਕੰਮ ਤੇ ਜਾਂਦਾ, ਉਹ ਵੀ ਥੱਕ ਕੇ ਆਉਂਦੀ ਆ। ਜੇ ਤੁਸੀਂ ਕਹੋ ਵੀ ਉਹ ਰੋਟੀਆਂ ਸਾਰੀ ਫੈਮਿਲੀ ਨਹੀਂ ਬਣਾਵੇ, ਉਹ ਵੀ ਐਕਸਪੈਕਟ ਨਹੀਂ ਹੈਗਾ। ਉਹ ਜਿਹੜਾ ਵੈਲਿਊ ਸਿਸਟਮ ਹੈਗਾ ਸਮ ਜਿਹੜੇ ਫਿਰ ਉਹ ਜੁਆਇੰਟ ਫੈਮਿਲੀ ਸਿਸਟਮ 'ਚ ਕੌਨਫਲਿਕਟ ਆਉਂਦਾ। ਤੇ ਕਈ ਵਾਰੀ ਹੁੰਦਾ ਵੀ ਤੂੰ ਲੇਡੀ ਨੂੰ ਅੱਗੇ ਵੀ ਤੇਰਾ ਕੰਮ ਹੈਗਾ ਵੀ ਤੂੰ ਪ੍ਰੋਡਿਊਸ ਚਿਲਡਰਨ, ਬਿਲਕੁਲ ਬਿਲਕੁਲ ਬਿਲਕੁਲ। ਉਹ ਲੇਡੀ ਨਾ ਚਾਹੁੰਦੀ ਹੋਵੇ, ਉਹਨੂੰ ਕਹਿੰਦਾ ਕੰਮ ਨਹੀਂ ਕਰਨਾ, ਤੂੰ ਘਰੇ ਰਹਿਣਾ। ਅੱਛਾ, ਫਿਰ ਉਹੀ ਬੰਦੇ ਰੌਲਾ ਪਾਉਂਦੇ ਨੇ ਵੀ ਅਸੀਂ ਡਿਪਰਾਈਵਡ ਆ, ਵੀ ਸਾਡੇ ਡੈਪਰੀਵੇਸ਼ਨ ਆ, ਵੀ ਸਾਡੇ ਵੀ ਗੋਟ ਲਾਰਜ ਫੈਮਲੀਜ਼, ਲਾਰਜ ਸਮਾਲ ਹਾਊਸ, ਬਟ ਨੰਬਰ ਆਫ ਚਿਲਡਰਨ ਆਰ ਫਾਰ ਗ੍ਰੇਟਰ ਦੈਨ ਦੀ ਹਾਊਸ ਕੈਨ ਅਕੋਮੋਡੇਟ, ਠੀਕ ਨਹੀਂ। ਇੱਕ ਬੰਦਾ ਕੰਮ ਕਰੇਗਾ ਤੇ ਸਾਰੇ ਖਾਣਗੇ, ਆਪੇ ਡੈਪਰੀਵੇਸ਼ਨ ਹੋਣੀ ਹੈ। ਜੇ ਬੱਚੇ ਵੀ ਜਦੋਂ ਲੇਡੀ ਨੇ ਕੰਮ ਤੇ ਨਹੀਂ ਜਾਣਾ, ਠੀਕ ਨਹੀਂ, ਉਹਨੂੰ ਫਿਰ ਬੱਚੇ ਪ੍ਰੋਡਿਊਸ ਕਰੇ, ਯੂ ਪ੍ਰੋਡਿਊਸਿੰਗ ਮੋਰ ਚਿਲਡਰਨ। ਤੁਹਾਡਾ ਸੈਕਰੀਫਾਈਸ ਕੀ ਆ ਲਾਈਫ ਲਈ, ਬਿਲਕੁਲ ਆਪਣੀ ਕਮਿਊਨਿਟੀ ਲਈ ਕੀ ਸੈਕਰੀਫਾਈਸ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਇੰਪੋਰਟੈਂਟ ਚੀਜ਼ਾਂ ਨੇ। ਇਟਸ ਨਾਟ ਸਿੰਪਲ ਵੀ ਅਰੇਂਜ ਮੈਰਿਜ ਚੰਗੀ ਆ ਜਾਂ ਲਵ ਮੈਰਿਜ ਚੰਗੀ ਆ। ਅੱਜ ਕੱਲ ਸਾਡੇ ਬੱਚੇ, ਆਪਣੇ ਕਮਿਊਨਿਟੀਆਂ ਦੇ ਬੱਚੇ, they are living together, not only in this country, in India as well, depend ਕਿੱਥੇ ਕੰਮ ਕਰਦੇ ਨੇ ਉਹ, ਬਿਲਕੁਲ ਬਿਲਕੁਲ। ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ, ਪੜ੍ਹੇ ਲਿਖੇ ਬੰਦੇ ਨੇ, ਪ੍ਰੋਫੈਸ਼ਨਲ ਜੌਬਸ ਨੇ, they meet each other। ਆਪੋ ਦੇਖੋ ਪਹਿਲਾਂ ਤੁਹਾਨੂੰ ਓਪਰਚੁਨਿਟੀਜ਼ ਨਹੀਂ ਮਿਲਣ ਦੀ ਕਿਤੇ। ਹੁਣ when you go to universities, when you go to work different places, ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਛੱਡ ਕੇ ਜਾਂਦੇ ਹੋ, ਉੱਥੇ ਤੁਹਾਨੂੰ ਓਪਰਚੁਨਿਟੀਜ਼ ਮਿਲਦੀਆਂ ਨੇ। ਐਂਡ ਉਸ 'ਚ ਕਲਾਸ ਬੈਰੀਅਰ ਐਂਡ ਕਾਸਟ ਬੈਰੀਅਰ ਵੀ ਟੁੱਟ ਰਹੇ ਨੇ। we may not like it, ਠੀਕ ਨਹੀਂ। ਅੱਛਾ, ਜਿਹੜੇ ਲੜਕੇ ਲੜਕੀ ਨੇ ਵਿਆਹ ਕਰਾਉਣਾ, ਉਹ ਪੇਰੈਂਟ ਦੀ ਚੋਇਸ ਨਹੀਂ ਹੋਣੀ ਚਾਹੀਦੀ, ਬਿਲਕੁਲ ਬਿਲਕੁਲ। ਅੱਛਾ, ਲੜਕੇ ਦੇ ਕੀ ਇੰਟਰਸਟ ਨੇ, ਉਹ ਪੇਰੈਂਟ ਦੇ ਇੰਟਰਸਟ ਨਹੀਂ ਹੈਗੇ। ਲੜਕੀ ਦੇ ਕੀ ਇੰਟਰਸਟ ਨੇ। ਜੇ ਮੈਂ ਫੁੱਟਬਾਲ ਲਾਈਕ ਕਰਦਾ ਜਾਂ ਬਾਹਰ ਥੀਏਟਰ ਤੇ ਜਾਣਾ ਲਾਈਕ ਕਰਦਾ ਜਾਂ ਟਰੈਵਲ ਕਰਨਾ ਲਾਈਕ ਕਰਦਾ, ਲੜਕੀ ਕੁਛ ਵੀ ਨਾ ਲਾਈਕ ਕਰਦੀ ਹੋਵੇ, ਤੁਹਾਡੀ ਕੰਪੈਟੇਬਿਲਿਟੀ ਕੀ ਰਹੇਗੀ। ਬਿਲਕੁਲ ਬਿਲਕੁਲ। ਇਫ ਯੂ ਹੈਵ ਦੀ ਸੇਮ ਹੌਬੀਜ਼, ਸੇਮ ਟੇਸਟ ਨੇ ਤੁਹਾਡੇ, ਦੈਨ ਕਿੰਨਾ ਕਾਮਨ ਹੋ ਜਾਂਦਾ ਤੁਹਾਡਾ। ਯੂ ਕੈਨ ਡਿਵੈਲਪ ਰਿਲੇਸ਼ਨਸ਼ਿਪ ਔਨ ਦੈਟ। ਜਿਹੜੇ ਸਾਡੇ ਪਹਿਲਾਂ ਜਿਹਨੂੰ ਤੁਸੀਂ ਅਰੇਂਜ ਮੈਰਿਜ ਕਈ ਵਾਰੀ ਕਹਿ ਦਿੰਦੇ ਹੋ, ਉਸ ਤੇ ਵੀ ਯੂ ਹੈਵ ਟੂ ਬਿਲਡ ਔਨ ਇਟ। ਮਗਰ ਸਾਰੀ ਉਮਰ ਕਈ ਵਾਰੀ ਲੜੀ ਜਾਂਦੇ ਸੀ, ਲੇਡੀ ਨੂੰ ਮਾਰੀ ਜਾਂਦੇ ਸੀਗੇ, ਉਹ ਫਿਰ ਵੀ ਵਿਚਾਰੀ ਸਹੀ ਜਾਂਦੀ ਸੀਗੀ। ਉਹਨੂੰ ਕਹਿੰਦੇ ਵੀ ਪਹਿਲਾਂ ਡਿਵੋਰਸ ਨਹੀਂ ਸੀ ਸਾਡੇ ਹੁੰਦੇ, ਕੌਣ ਕਹਿੰਦੀ ਸੀ ਹੁੰਦੇ, ਬਟ ਉਹ ਲੜਕੀ ਤੁਸੀਂ ਪੁੱਛੋ ਵੀ ਉਹਦੀ ਜ਼ਿੰਦਗੀ ਕੀ ਸੀਗੀ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਜੇ ਲੜਕੀ ਹੈਜ਼ ਦ ਰਾਈਟ ਟੂ ਸੇ ਸੌਰੀ, ਆਈ ਹੈਵ ਹੈਡ ਇਨਫ ਆਫ ਯੂ, ਆਈ ਵਾਂਟ ਟੂ ਲੀਵ, ਠੀਕ ਨਹੀਂ। ਸੋ ਵੈਰੀ ਕੰਪਲੈਕਸ ਹੈ। ਮਗਰ ਜਿਹੜਾ ਵੀ ਸਿਸਟਮ ਹੈਗਾ, ਕੰਪੈਟੇਬਿਲਿਟੀ, ਜਿਹੜੀ ਕੁਆਲਿਟੀ ਆਫ ਲਾਈਫ ਹਸਬੈਂਡ ਵਾਈਫ ਨੇ ਲੀਡ ਕਰਨੀ ਆ,
ਉਹ ਇੰਪੋਰਟੈਂਟ ਆ, ਰਾਦਰ ਦੈਨ ਵੀ ਇਕੱਠੇ ਰਹੋ ਤੇ ਮਾਂ ਪਿਓ ਦੀ ਸੇਵਾ ਕਰੋ ਜਾਂ ਕਿਸੇ ਇਹਨੇ ਨੂੰਹ ਨਹੀਂ ਮੇਰੀ ਨੇ ਇਹ ਨਹੀਂ ਕੀਤਾ, ਮੇਰੀ ਨੇ ਉਹ ਨਹੀਂ ਕੀਤਾ। ਉਹਨੂੰ ਵੀ ਇਨਸਾਨ ਸਮਝੋ, ਆਪਣੀ ਧੀਆਂ ਮੰਗਣ ਸਮਝੋ ਜਿਹੜੇ ਬੱਚੇ ਲੋਕੀ ਹੈਗੇ ਨੇ। The thing is we are hypocrites। ਅਸੀਂ ਆਪਣੀ ਧੀ ਨੂੰ ਤਾਂ ਕਹਿੰਦੇ ਸਿਟਾਡਲ ਤੇ ਮੇਰੀ ਧੀ ਗਲਤੀ ਨਹੀਂ ਕਰ ਸਕਦੀ, ਦੂਸਰੇ ਦੀ ਧੀ ਕਦੇ ਠੀਕ ਨਹੀਂ ਕਰ ਸਕਦੀ, ਠੀਕ ਨਹੀਂ। ਉਹ ਜਿਹੜੇ ਐਟੀਟਿਊਡਸ ਨੇ, ਐਂਡ ਹੂ ਆਰ ਵੀ ਐਜ਼ ਪੇਰੈਂਟਸ ਟੂ ਸੇ ਵੀ ਇਹ ਲੜਕੀ ਠੀਕ ਹੈ, ਇਹ ਲੜਕਾ ਠੀਕ ਹੈ, ਇੱਕ ਦੂਸਰੇ ਦੇ ਕੰਪੈਟੇਬਲ ਨੇ। ਠੀਕ ਹੈ, ਠੀਕ ਹੈ। ਦਿਸ ਡਜ਼ਨਟ ਵਰਕ ਇਨ ਦਿਸ ਸੋਸਾਇਟੀ, ਡਜ਼ਨਟ ਵਰਕ। ਤਾਂ ਆਪਾਂ ਦੇਖਦੇ ਹਾਂ ਹਾਲੇ ਕੀ ਹੋ ਰਿਹਾ। ਐਨੀਵੇ ਐਨੇ ਜੀ, ਥੈਂਕ ਯੂ ਵੈਰੀ ਮਚ ਫॉर योर टाइम। ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਅਵਤਾਰ ਮੰਗਟ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਤੁਸੀਂ ਵੀ ਟੈਲੀਫੋਨ ਕਾਲ ਸਾਨੂੰ ਕਰ ਸਕਦੇ ਆ 0300 770 2246। ਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ 0044 ਨੰਬਰ ਲਾਉਣਾ ਪਊਗਾ। ਬਹੁਤ ਸਾਰੇ ਜਾਣੀ ਕਿ ਜਿਹੜੇ ਵਿਚਾਰ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ। ਚੌਹਾਨ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਜਿਹੜਾ ਵਿਸ਼ਾ ਰੱਖਿਆ ਸ਼ਾਦੀਆਂ ਬਾਰੇ, ਹਾਂਜੀ ਹਾਂਜੀ, ਵੀ ਅਰੇਂਜਡ ਜਾਂ ਹੋਰ ਕਿਸ ਤਰ੍ਹਾਂ। ਹਾਂ, ਕਿਉਂਕਿ ਆਪਾਂ ਜੇ ਭਾਰਤ ਦੀ ਗੱਲ ਕਰੀਏ ਵੀ ਉੱਥੇ ਪ੍ਰਚਾਰਿਆ ਤਾਂ ਇਹ ਜਾਂਦਾ ਵੀ ਜਿਹੜੀਆਂ ਸ਼ਾਦੀਆਂ ਉੱਪਰ ਸੈਟਲ ਹੁੰਦੀਆਂ ਇਹ ਉੱਪਰ ਲੱਭਣਾ ਕਿਤੇ, ਮੈਨੂੰ ਨਹੀਂ ਐਡਰੈਸ ਲੱਭਾ ਇਹਦਾ ਅਜੇ ਤੱਕ। ਨਹੀਂ, ਉਹ ਦੇਖੋ ਵੀ ਆਮ ਕਾਰਡਾਂ ਤੇ ਲਿਖਿਆ ਜਾਂਦਾ ਮੈਰਿਜਸ ਆਰ ਸੈਟਲਡ ਇਨ ਹੈਵਨ ਐਂਡ ਸੈਲੀਬ੍ਰੇਟਡ ਔਨ ਅਰਥ। ਬਿਲਕੁਲ। ਪਰ ਹੁਣ ਜੇ ਦੇਖੀਏ ਵੀ ਇਦਾਂ ਹੈ ਨਹੀਂ, ਬਿਲਕੁਲ ਝੂਠ ਹੈ ਇਹ, ਬਿਲਕੁਲ ਝੂਠ। ਦੇਖੋ ਪਹਿਲਾਂ ਬੜੀ ਤਾਂ ਗੱਲ ਇਹ ਹੈਗੀ ਆ ਵੀ ਆਪਾਂ ਆਮ ਲੋਕਾਂ ਦੀ ਤਾਂ ਗੱਲ ਹੋ ਰਿਹਾ ਵੀ ਉੱਥੇ ਭਾਰਤ ਦੇ ਵਿੱਚ ਜਿਹੜੇ ਲੀਡਰ ਵੀ ਹੋਏ ਆ ਨਾ, ਦੇਖ ਲਓ ਵੀ ਮੋਹਨ ਕਰਮਚੰਦ ਗਾਂਧੀ ਕਿੱਡਾ ਵੱਡਾ ਲੀਡਰ ਸੀ, ਏਦਾਂ ਸੀ। ਰਾਜਗੋਪਾਲਚਾਰੀ ਕਿੱਡਾ ਵੱਡਾ ਲੀਡਰ ਸੀ। ਉਹ ਜ਼ਿਆਦਾ ਆਪਣੇ ਪ੍ਰੋਗਰਾਮਾਂ ਜਾਂਦੇ ਸੀ ਤਾਂ ਉਹਨਾਂ ਦੇ ਬੱਚੇ ਵੀ ਜਾਂਦੇ ਸੀ। ਪਰ ਉਹ ਜਿਹੜਾ ਮੋਹਨਦਾਸ ਗਾਂਧੀ ਦਾ ਲੜਕਾ ਤਾਂ ਰਾਜਪਾਲ ਆਚਾਰੀਆ ਦੀ ਜਿਹੜੀ ਲੜਕੀ ਆ ਉਹ ਮਿਲਣ ਲੱਗ ਪਿਆ। ਜਦੋਂ ਮਿਲਣ ਲੱਗ ਪਿਆ ਤਾਂ ਉਹਨਾਂ ਨੂੰ ਪਹਿਲਾਂ ਤਾਂ ਡਰਦੇ ਦੱਸਣਾ, ਕਿਉਂਕਿ ਉਹਨਾਂ ਦੀਆਂ ਜਾਤਾਂ ਹੋਰ ਸੀ। ਬਿਲਕੁਲ ਬਿਲਕੁਲ। ਉੱਪਰ ਜਦ ਦੱਸਿਆ ਤਾਂ ਉਹਨੇ ਕਿਹਾ ਵੀ ਤੁਸੀਂ ਤਾਂ ਬਹੁਤ ਮਾੜੀ ਗੱਲ ਆ ਵੀ ਗਾਂਧੀ ਬਾਣੀਆਂ ਆ ਤਾਂ ਉਹ ਹੈਗਾ ਬ੍ਰਾਹਮਣ। ਬਿਲਕੁਲ ਬਿਲਕੁਲ। ਉਹ ਫਿਰ ਗੱਲ ਇੱਥੇ ਤੱਕ ਵੱਧਦੀ ਗਈ। ਦੇਖੋ ਵੀ ਉਹਨੇ ਮੁਲਕ ਚਲਾਉਣਾ ਵੀ ਏਦਾਂ ਦੇ ਕੰਮ ਵੀ ਨਹੀਂ ਕਰ ਸਕਦੇ। ਉਹਨੇ ਮਦਨ ਮੋਹਨ ਮਾਲਵੀਆ ਵੇਖੋ ਗਏ, ਉਹਨੇ ਕਿਹਾ ਵੀ ਸਾਡੇ ਬੱਚਿਆਂ ਨੂੰ ਸਮਝਾ। ਉਹ ਕਹਿੰਦਾ ਵੀ ਤੁਹਾਨੂੰ ਸਮਝਾਉਣਾ ਚਾਹੀਦਾ ਹੈ ਵੀ ਕਿੱਦਾਂ ਹੋ ਸਕਦਾ ਹੈ, ਵੀ ਤੁਹਾਨੂੰ ਆਪਣੇ ਵਰਨਾਂ 'ਚ ਵਿਆਹ ਕਰਾਉਣੇ ਚਾਹੀਦੇ। ਫਿਰ ਵੀ ਉਹ 6 ਸਾਲ ਜਾਣੀ ਉਹਨੂੰ ਪੁੱਛਦੇ ਰਹੇ, ਪਰ ਫਿਰ ਉਹਨਾਂ ਨੂੰ ਉਹ ਲੜਕੇ ਲੜਕੀ ਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਇਹ ਰਜਿਸਟਰ ਕਰਾਓ। ਤਾਂ ਉਹਨੇ ਫਿਰ ਸਿਰਫ ਰਜਿਸਟਰ ਕਰਾਇਆ ਔਰ ਉਹ ਬੜਾ ਸਫਲ ਵਿਆਹ ਰਿਹਾ। ਬਿਲਕੁਲ ਬਿਲਕੁਲ। ਪਰ ਬੜੀ ਤਾਂ ਗੱਲ ਦੇਖੋ, ਇਹ ਜਿਹੜੀਆਂ ਸ਼ਾਦੀਆਂ ਆ ਇਹਨਾਂ ਨੂੰ ਇੰਨਾ ਪਚੀਦਾ ਬਣਾਇਆ ਵੀ ਮਾਪਿਆਂ ਨੂੰ ਵੀ ਚਾਹੀਦਾ ਵੀ ਲੜਕੇ ਲੜਕੀ ਨੂੰ ਜ਼ਰੂਰ ਪਹਿਲਾਂ ਤਾਂ ਪੁੱਛਦਾ ਹੀ ਨਹੀਂ ਸੀ ਕੋਈ, ਏਦਾਂ ਹੀ ਦਿਖਾਲਦੇ ਵੀ ਨਹੀਂ ਸੀ। ਉੱਤੇ ਕਹਿਤਾ ਵੀ ਮੈਂ ਬਸ ਤੁਹਾਡਾ ਕਰ ਦਿੱਤਾ। ਇਹ ਪਰ ਚੌਹਾਨ ਸਾਹਿਬ ਅਜੇ ਵੀ ਆਪਣੀਆਂ ਕੁਝ ਕਮਿਊਨਿਟੀ ਵਿੱਚ ਆਪਣੇ ਨਾਲੋਂ ਕਾਫੀ ਜਹਾਲਤ ਹੈ, ਉੱਥੇ ਫੋਰਸ ਮੈਰਿਜ ਵਗੈਰਾ ਇਹ ਚੱਲ ਰਹੀ ਹੈ। ਆਮ ਇੱਥੇ ਵੀ ਤੁਸੀਂ ਦੇਖਿਆ ਜਾਵੇ ਵੀ ਇੱਥੇ ਬੱਚੇ ਕਾਫੀ ਐਡਵਾਂਸਡ ਆ ਹੁਣ, ਪਰ ਫਿਰ ਵੀ ਜਾਣੀ ਬਹਿ ਕੇ ਉਹਨਾਂ ਨੂੰ ਸਮਝਾਉਂਦੇ ਨਹੀਂ ਹੈਗੇ, ਉਹਨਾਂ ਦਾ ਵਿਸ਼ਵਾਸ ਨਹੀਂ ਜਿੱਤਦੇ। ਕਿਉਂਕਿ ਵੱਡੀ ਤਾਂ ਗੱਲ ਆ ਵੀ ਸੋਚਣਾ ਤਾਂ ਇਹ ਚਾਹੀਦਾ ਵੀ ਇਹਨੂੰ ਜਿਹੜਾ ਮੈਰਿਜ ਹੈ ਇਹਨੂੰ ਸਫਲ ਕਿੱਦਾਂ ਬਣਾਉਣਾ। ਨਾਲੇ ਇਸ ਤੋਂ ਬਿਨਾਂ ਅਸੀਂ ਲੱਖਾਂ ਪਾਉਂਡ ਖਰਚ ਦਿੰਦੇ ਉੱਥੇ ਵਿਆਹਾਂ ਤੇ, ਦਾਜ ਤੇ, ਬਹੁਤ ਕੁਛ। ਦੇਖੋ ਪਹਿਲਾਂ ਬੜੀ ਗੱਲ ਹੈ ਵੀ ਇੱਥੇ ਹੈ ਨਾ ਪਹਿਲਾਂ ਪੁੱਛਦੇ ਆ ਵੀ ਸਾਹਾ ਕਢਾਓ। ਹਾਂ, ਇਦਾਂ ਹੈ, ਇਦਾਂ ਜਾਨੀ ਪੁੱਛਦੇ ਆ ਵੀ ਕਦ ਕਰੋਗੇ ਤਾਂ ਠੀਕ ਰਹੂਗਾ। ਇਦਾਂ ਉਹ ਜਿਹੜੇ ਕਿੰਨੇ ਉੱਥੇ ਪੈਸੇ ਦਿੰਦੇ ਆ। ਮਤਲਬ ਜਾਨੀ ਕਿ ਮੈਰਿਜ ਦੇ ਕੋਰਸ ਤੇ ਭੇਜਣਾ ਚਾਹੀਦਾ, ਸਮਾਂ ਤੋਂ ਬੱਚਿਆਂ ਨੂੰ ਪ੍ਰਪੇਅਰ ਕਰਨਾ ਚਾਹੀਦਾ, ਰਾਤ ਦਿਨ ਆਹ ਪੈਸਾ ਸਪੈਂਡ ਕਰਨ ਦਾ ਕੋਈ ਮਤਲਬ ਵੀ ਕੋਈ ਨਹੀਂ ਹੈ। ਨਹੀਂ, ਉਹ ਫਿਰ ਦੇਖੋ ਵੱਡੀ ਤਾਂ ਗੱਲ ਹੈਗੀ ਆ ਵੀ ਇੱਥੇ ਤੁਸੀਂ ਦੇਖੋ ਵੀ ਆ ਜਿਹੜਾ ਮੁਲਕ ਆ ਇੱਥੇ ਤਾਂ ਛੁੱਟੀਆਂ ਹੁੰਦੀਆਂ ਸੀ ਉਦੋਂ ਹੀ ਕਰਨਾ ਤੁਸੀਂ ਵਿਆਹ। ਹਾਂਜੀ 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 ਹਾਂਜੀ। ਇਹ ਥੋੜਾ ਵੀ ਤੁਸੀਂ ਵੀਕਡੇ ਦਿਹਾੜੀ ਤੋੜ ਕੇ ਕਰੋ। ਪਰ ਉੱਥੇ ਇੰਡੀਆ 'ਚ ਮੈਂ ਦੇਖਿਆ ਵੀ ਅਜੇ ਤੱਕ ਵੀ ਹੈ ਨਾ, ਮੈਂ ਉੱਥੇ ਜਾਂਦਾ ਰਹਿਣਾ, ਮੇਰਾ ਦੋਸਤ ਇੱਕ ਕਹਿੰਦਾ ਵੀ ਮੈਂ ਲੜਕੀ ਦਾ ਵਿਆਹ ਕਰਨਾ। ਮੈਂ ਕਿਹਾ ਮੈਂ ਇੰਨੀ ਕੁ ਦੇਰ ਹੈਗਾ ਆ ਵੀ ਤੂੰ ਕਰ ਲਾ। ਫੇ ਕਹਿੰਦਾ ਯਾਰ ਸਾਹਾ ਹੀ ਨਹੀਂ ਨਿਕਲਦਾ। ਉਹ ਮਹੂਰਤ ਕਢਾਉਂਦੇ ਆ ਉੱਥੋਂ ਪੰਡਤ ਕੋਲੋਂ ਜਾਨੀ ਕਿ ਜਾਂ ਕਿਸੇ ਹੋਰ ਤੋਂ। ਮੈਂ ਕਿਹਾ ਵੀ ਉਹ ਤਾਂ ਫਿਰ ਮੇਰੇ ਵੱਸ ਦੀ ਗੱਲ ਨਹੀਂ, ਵੀ ਪਤਾ ਨਹੀਂ ਉਹ ਕਦ ਨਿਕਲਣਾ, ਮੈਂ ਤਾਂ ਚਲੇ ਜਾਣਾ। ਠੀਕ ਹੈ ਜਵਾਨ ਸਾਹਿਬ, ਸੋਚ ਏਦਾਂ ਦੀ ਬਣੀ ਆ ਵੀ ਉਹਨਾਂ ਨੂੰ ਕਿੱਦਾਂ ਦਾ ਕੀਤਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਇਹ ਹੈਗੀ ਆ ਵੀ ਜਿੱਦਾਂ ਹੁਣ ਆਪ ਕਿਤਾਬ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਵੀ ਇਹਨਾਂ ਕੰਮਾਂ ਨੂੰ ਬਹੁਤ
ਸਰਲ ਕਰਨਾ ਚਾਹੀਦਾ, ਬਿਲਕੁਲ ਬਿਲਕੁਲ ਸਾਦਾ ਕਰਨਾ ਚਾਹੀਦਾ। ਕਿਉਂਕਿ ਦੇਖੋ ਜਿਹੜਾ ਇੰਨਾ ਖਰਚ ਕਰਨਾ, ਇੰਨਾ ਸੋਨਾ ਪਾਉਣਾ, ਮੁੰਦੀਆਂ, ਇਹ ਉਹ, ਬਿਲਕੁਲ ਬਿਲਕੁਲ, ਇਹ ਤਾਂ ਬਹੁਤ ਤਬਾਹੀ ਵਾਲੀ ਗੱਲ ਹੈ। ਇਹ ਤਾਂ ਚੌਹਾਨ ਸਾਹਿਬ ਯਾਨੀ ਕਿ ਕੇਰਲਾ ਸਟੇਟ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਹੈ, ਉੱਥੇ ਸਭ ਤੋਂ ਜ਼ਿਆਦਾ ਇਨਕੇ ਦਾਜ ਉੱਥੇ ਦਿੱਤਾ ਜਾਂਦਾ। ਨਹੀਂ ਉਹ ਫਿਰ ਦੇਖੋ ਸਿਰਫ ਲੋਕ ਪੜ੍ਹੇ ਹੋਏ ਆ। ਪੜ੍ਹਿਆ ਹੋਣਾ ਹੋਰ ਚੀਜ਼ ਹੈ, ਗਿਆਨਵਾਨ ਹੋਣਾ ਹੋਰ ਚੀਜ਼ ਹੈ। ਬਿਲਕੁਲ ਬਿਲਕੁਲ ਬਿਲकुल ਬਿਲकुल ਬਿਲकुल, ਕਿਉਂਕਿ ਗਿਆਨਵਾਨ ਜੇ ਤੁਸੀਂ ਨਹੀਂ ਫਿਰ ਤਾਂ ਪੜ੍ਹੇ ਹੈ ਹੀ ਨਹੀਂ। ਠੀਕ ਹੈ ਚੌਹਾਨ ਸਾਹਿਬ, ਥੈਂਕ ਯੂ। ਓਕੇ, ਜੈ ਭੀਮ ਜੈ ਭਾਰਤ। ਥੈਂਕ ਯੂ ਜੀ। ਇਹ ਤਾਂ ਸੀ ਜੀ ਫਕੀਰ ਚੰਦ ਚੌਹਾਨ ਹੋਣੀ। ਤੁਸੀਂ ਵੀ ਜਿਹੜਾ ਟੈਲੀਫੋਨ ਕਾਲ ਕਰਕੇ ਸਾਨੂੰ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ 0044 ਨੰਬਰ ਲਾਉਣਾ ਪਊਗਾ, ਅਤੇ ਇੱਥੇ ਕਿਹੜਾ ਨੰਬਰ ਹੈਗਾ ਜਿਸ ਤਰ੍ਹਾਂ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246 ਨੰਬਰ ਕਮਾ ਕੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਗੁੱਡ ਈਵਨਿੰਗ, ਹਰੀਸ਼ ਮਲਹੋਤਰਾ, ਮੈਂ ਚਾਂਦ ਬੋਲਦੀ। ਹਾਂਜੀ ਚਾਂਦ ਜੀ, ਕੀ ਕਹਿਣਾ ਚਾਹੋਗੇ ਇਸ ਵਿਆਹ ਵਾਲੇ ਮਸਲੇ ਤੇ? ਵਿਆਹ ਵਾਲੇ ਮਸਲੇ ਜਿਹੜੇ ਹੈਗੇ ਇਹ ਬੜੇ ਦੁਖੀ ਕਰਦੇ ਅੱਜ ਕੱਲ੍ਹ ਤਾਂ। ਗੱਲ ਇਹ ਹੈਗੀ ਆ ਕਿਉਂਕਿ ਜਿੱਦਾਂ ਤੁਸੀਂ ਅਰੇਂਜ ਮੈਰਿਜਿਸ ਆ ਜਾਂ ਲਵ ਮੈਰਿਜਿਸ ਆ, ਮੈਂ ਕਹੂੰਗੀ ਇਹ ਕੋਈ ਵੀ ਸਕਸੈਸਫੁਲ ਨਹੀਂ ਹੁੰਦੇਗਾ ਜਿੰਨੇ ਦੇਰ ਮਰਜ਼ੀ ਰਹਿ ਲਓ। 10 ਸਾਲ ਵੀ ਲੋਕੀ ਜਿਹੜੇ ਹੈਗੇ ਲਵ ਕਰਦੇ ਆ, ਬਾਅਦ ਚ ਵਿਆਹ ਹੁੰਦੇ ਆ, ਵਿਆਹ ਹੋ ਕੇ ਉਹ ਬਾਅਦ ਦੇ ਵਿੱਚ ਵੀ ਕੁੜੀਆਂ ਜਿਹੜੀਆਂ ਹੈਗੀਆਂ ਆ ਉਹ ਜਾਂ ਮੁੰਡੇ, ਇਹਨਾਂ ਦੇ ਵਿੱਚ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਹੁੰਦੀ। ਕਿਉਂਕਿ ਵਿਆਹ ਉਹੀ ਕਾਮਯਾਬ ਹੋਊਗਾ ਜਿਹਦੇ ਵਿੱਚ ਕਿ ਤੁਹਾਡੀ ਅੰਡਰਸਟੈਂਡਿੰਗ ਆ ਜਾਂ ਤੁਹਾਨੂੰ ਟਰਸਟ ਇੱਕ ਦੂਸਰੇ ਦੇ ਉੱਤੇ ਆ। ਕਿਉਂਕਿ ਟਰਸਟ ਹੋਊਗਾ ਤਾਂ ਤੁਸੀਂ ਇੱਕ ਦੂਜੇ ਨਾਲ ਇੱਕ ਦੂਜੇ ਦੀ ਗੱਲਬਾਤ ਮੰਨੋਗੇ। ਹੁਣ ਏਦਾਂ ਦੇ ਹਾਲਾਤ ਹੋ ਗਏ ਆ ਕਿਉਂਕਿ ਆਪਣੇ ਸਿਰਫ ਇੱਥੇ ਇਹਨਾਂ ਕੰਟਰੀਆਂ ਦੇ ਵਿੱਚ ਹੀ ਨਹੀਂ, ਇੰਡੀਆ ਦੇ ਵਿੱਚ ਵੀ ਇਹੀ ਕੁਛ ਹੀ ਆ। ਕਿਉਂਕਿ ਮੁੰਡੇ ਕੁੜੀਆਂ ਜਿੱਦਾਂ ਵੀ ਹੁਣ ਰਹਿਣ ਲੱਗ ਪਏ ਹੈਗੇ ਬਾਹਰ ਇਕੱਠੇ, ਉਹ ਮੈਂ ਕਹਿੰਦੀ ਹੈਗੀ ਗੁੱਡ ਸੀਜ਼ਨ ਹੈ ਕਿਉਂਕਿ ਇੱਕ ਦੂਜੇ ਨੂੰ ਤੁਹਾਨੂੰ ਆਪਣੀਆਂ ਆਦਤਾਂ ਦਾ ਪਤਾ ਲੱਗਦਾ, ਨਾਲੇ ਉੱਦਾਂ ਵੀ ਤੁਹਾਡੀਆਂ ਮਿਊਚੁਅਲ ਅੰਡਰਸਟੈਂਡਿੰਗ ਹੁੰਦੀਆਂ ਆ। ਤੇ ਵੀ ਉਹ ਵੀ ਜਿਹੜੇ ਹੈਗੇ ਆ ਵੀ ਕਾਫੀ ਜਿਹੜੇ ਹੱਦ ਤੱਕ, ਜਿੱਥੇ ਤੱਕ ਮੈਨੂੰ ਪਤਾ ਵੀ ਕਾਫੀ ਕਾਮਯਾਬ ਹੋ ਰਹੇ ਆ ਵਿਆਹ। ਕਈਆਂ ਲੋਕਾਂ ਨੂੰ ਸਾਡੇ ਲੋਕੀ ਕਹਿ ਦਿੰਦੇ ਆ, ਸਪੈਸ਼ਲੀ ਇੰਡੀਅਨ ਵੀ, ਨਹੀਂ ਸਾਡੇ ਬੱਚੇ ਨਹੀਂ ਰਹਿ ਸਕਦੇ। ਮੈਂ ਕਹਿੰਦੀ ਇੱਥੇ ਗਲਤ ਹੈਗੇ, ਜੋ ਅੱਜ ਕੱਲ੍ਹ ਦੇ ਹਾਲਾਤ ਹੈਗੇ ਆ ਉਹਨਾਂ ਹਾਲਾਤਾਂ ਦੇ ਆਧਾਰ ਤੇ ਹੀ ਸਾਨੂੰ ਚੱਲਣਾ ਚਾਹੀਦਾ ਆ। ਬਾਕੀ ਜਿੱਦਾਂ ਵੀ ਇੰਡੀਆ ਦੇ ਵਿੱਚ ਦੇਖ ਲਓ ਵੀ ਉੱਥੇ ਕੋਈ ਹੁੰਦਾ ਹੀ ਨਹੀਂ ਸੀਗਾ ਵੀ ਲਵ ਕੀ ਹੁੰਦਾ ਆ। ਪਿਛਲੇ ਜ਼ਮਾਨਿਆਂ ਵਿੱਚ ਅੰਨੀ ਕਾਣੀ ਕਬੂਲ ਹੁੰਦੀ ਸੀ ਉੱਥੇ। ਜਦੋਂ ਵਿਆਹ ਹੋ ਜਾਣੇ ਜਿਹੜੇ ਝੁੰਡ ਕੱਢੇ ਹੋਣੇ, ਤੇ ਜਦੋਂ ਮੁੰਡੇ ਨੇ ਦੇਖਣਾ ਪਹਿਲਾਂ ਤਾਂ ਅੱਗੇ ਰਹਿੰਦੇ ਹੁੰਦੇ ਸੀ, ਮਕਲਾਵਾ ਹਜੇ ਨਹੀਂ ਸੀ ਤੋਰਨਾ, ਉਹ ਵੀ ਸਾਲ ਲੱਗ ਜਾਂਦੇ ਸੀ, ਉਹ ਵੀ ਤਾਂ ਵਿਆਹ ਹੀ ਸੀ। ਉਹ ਵਿਆਹ ਕਾਮਯਾਬ ਹੁੰਦੇ ਸੀ ਸਮਾਂ ਤੋਂ। ਜਿਹੜੇ ਹੈਗੇ ਆ, ਮੈਂ ਤਾਂ ਇਹੀ ਕਹੂੰਗੀ ਵੀ ਬੱਚਿਆਂ ਨੂੰ ਜਿਹੜਾ ਹੈਗਾ ਆਪਸ ਦੇ ਵਿੱਚ ਮਿਲਣਾ ਚਾਹੀਦਾ ਹੈ, ਪਤਾ ਕਰਨਾ ਚਾਹੀਦਾ ਇੱਕ ਦੂਜੇ ਦੇ। ਅੱਜ ਕੱਲ੍ਹ ਤਾਂ ਕੁੜੀਆਂ ਪਹਿਲਾਂ ਇਹੀ ਕੁਐਸਚਨ ਪੁੱਛਦੀਆਂ ਵੀ ਤੂੰ ਮੇਰੇ ਨਾਲ ਸ਼ਾਰਟ ਟਰਮ ਰਹਿਣਾ ਕਿ ਜਾਂ ਲੌਂਗ ਟਰਮ ਰਹਿਣਾ ਹੈ। ਨਾ ਪਰ ਇਸ ਤੋਂ ਬਿਨਾਂ ਵੀ ਆ ਕਈ ਜਾਣੀ ਕਿ ਬਹੁਤੇ ਬੱਚੇ ਈਵਨ ਸਾਡੇ ਵੀ ਉਹ ਵਿਆਹ ਨਹੀਂ ਕਰਾ ਕੇ ਰਾਜੀ ਹੈ। ਹੁਣ ਤਾਂ ਵਿਆਹ ਕਰਾ ਕੇ ਉਹ ਰਾਜੀ ਨਹੀਂ ਹੈ। ਉਹ ਇਹਨਾਂ ਝਮੇਲਿਆਂ 'ਚ ਫਿਰਨਾ ਪੈਣਾ ਨਹੀਂ ਚਾਹੁੰਦੇ। ਉਹ ਪੈਣਾ ਕਿਉਂ ਨਹੀਂ ਚਾਹੁੰਦੇ? ਉਹ ਕਹਿੰਦੇ ਵੀ ਅਸੀਂ ਆਪਣਾ ਕਮਾਉਂਦੇ ਆ, ਆਪਣਾ ਅਸੀਂ ਖਾਂਦੇ ਹੈਗੇ, ਅਸੀਂ ਕੀ ਲੈਣਾ ਇਸ ਗ੍ਰਸਤੀ ਦੇ ਵਿੱਚੋਂ। ਨਿਆਣਿਆਂ ਦੇ ਆਪਣੇ ਜਿਹੜੇ ਹੈਗੇ ਆ ਨੇਚਰ ਆ, ਬੱਚਿਆਂ ਦੇ ਆਪਣੇ ਖਿਆਲਾਤ ਆ। ਮੋਸਟਲੀ ਜਿੰਨੇ ਵੀ ਬੱਚੇ ਹੈਗੇ ਆ, ਮੈਂ ਬਹੁਤ ਘੱਟ ਦੇਖਦੀ ਜਿਹੜੇ ਕਿ ਨਿਆਣੇ ਕਹਿੰਦੇ ਅਸੀਂ ਵਿਆਹ ਕਰਾਉਣਾ ਆ। ਜੇ ਵਿਆਹ ਕਰਾਉਣਾ ਹੈ ਤਾਂ ਫਿਰ ਲੇਟ ਉਮਰ 'ਚ ਕਰਾਉਂਦੇ ਆ। ਨਾ ਵਿਆਹ ਕਰਾਉਣ ਤੋਂ ਬਾਅਦ ਉਹ ਕਹਿੰਦੇ ਸਾਨੂੰ ਬੱਚੇ ਵੀ ਨਹੀਂ ਚਾਹੀਦੇ। ਕਈ ਇਹਨਾਂ ਦੀਆਂ ਕੁੜੀਆਂ ਦੀਆਂ ਡਿਮਾਂਡਸ ਹੁੰਦੀਆਂ ਵੀ ਅਸੀਂ ਬੱਚੇ ਸਾਨੂੰ ਚਾਹੀਦੇ ਨਹੀਂ ਹੈਗੇ, ਜੇ ਚਾਹੀਦੇ ਤਾਂ ਇੱਕੋ ਹੀ ਬੱਚਾ ਚਾਹੀਦਾ ਆ। ਤੇ ਮਾਂ-ਬਾਪ ਜਿਹੜੇ ਹੁੰਦੇ ਆ ਉਹ ਚਾਹੁੰਦੇ ਆ ਵੀ ਚੱਲ ਸਾਡੇ ਘਰ ਕਿਤੇ ਪੋਤੇ ਪੋਤੀਆਂ ਹੋਣ, ਦੋਤੀਆਂ ਹੋਣ, ਜ਼ਿਆਦਾ ਹੋਣ, 1 ਜਾਂ 2 ਹੋਣ ਤਾਂ ਸਹੀ। ਪਰ ਉਹ ਨਿਆਣੇ ਜਿਹੜੇ ਹੁੰਦੇ ਆ ਅੱਜ ਕੱਲ੍ਹ ਨਿਆਣਿਆਂ ਦੀਆਂ ਚੱਲਦੀਆਂ, ਅੱਜ ਕੱਲ੍ਹ ਬੁੱਢਿਆਂ ਬੰਦਿਆਂ ਦੀ ਕੋਈ ਨਹੀਂ ਪੁੱਛਦਾ। ਪਰ ਜਿਹੜੇ ਕਈ ਮਾਂ-ਬਾਪ ਆਪਣੇ ਨਿਆਣਿਆਂ ਨੂੰ ਬੜੀ ਪੁੱਠੀ ਸਿੱਖਿਆ ਦਿੰਦੇ, ਉਹ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਗਾਲਾਂ ਕੱਢਦੇ ਰਹਿੰਦੇ, ਉਹਨਾਂ ਬਾਰੇ ਕੀ ਖਿਆਲ ਤੁਹਾਡਾ? ਉਹ ਰਿਸ਼ਤਾ ਉਹ ਜਿੰਨੀ ਕਿ ਤੁਸੀਂ ਜਿਹੜੀ ਹੈਗੀ ਆ, ਜਿੰਨੀ ਕਿ ਤੁਸੀਂ ਆਪਣੇ ਬੱਚੇ ਜਿਹੜੇ ਹੈਗੇ ਆ ਸਿੱਖਿਆ ਜਿਹੜੀ ਘਰੋਂ ਸਮਝਦੇ ਆ, ਘਰੋਂ ਹੀ ਜਿਹੜਾ ਹੈਗਾ ਸਾਰਾ ਕੁਝ ਸਿੱਖਦੇ ਆ। ਜਿੱਦਾਂ ਕਿ ਬੱਚਿਆਂ ਨੂੰ ਆਪਣੇ ਬੈਠ ਕੇ ਸਾਰਾ ਕੁਝ ਹੀ ਉਹਨਾਂ ਦੇ ਵਿੱਚ ਹੀ ਬੈਠ ਕੇ ਤੁਸੀਂ ਗੱਲਾਂ ਕਰਦੀਆਂ, ਆਹ ਇੱਦਾਂ ਆ, ਉਹ ਬੰਦਾ ਇੱਦਾਂ ਦਾ ਆ, ਆਹ ਘਰ ਦਾ ਇੱਦਾਂ ਦਾ ਆ। ਫਿਰ ਨਿਆਣੇ ਜਿਹੜੇ ਘਰ ਤੋਂ ਹੀ ਸਿੱਖਦੇ ਆ, ਕਿਉਂਕਿ ਪੁੱਠੀ ਆਦਤਾਂ ਜਿਹੜੀਆਂ ਹੈਗੀਆਂ ਘਰੋਂ ਮਿਲਦੀਆਂ ਤੁਹਾਨੂੰ ਬੱਚਿਆਂ ਦੀਆਂ। ਆਪਣੇ ਚਾਚਿਆਂ ਨੂੰ ਗਾਲਾਂ ਕੱਢਣੀਆਂ, ਆਪਣੇ ਕਜ਼ਨਸ ਨੂੰ ਗਾਲਾਂ ਕੱਢਣੀਆਂ, ਇਹ ਤਾਂ ਫਿਰ ਉਹ ਜਿੱਦਾਂ ਵੀ ਉਹਨਾਂ ਨੂੰ ਅਕਲ ਨਹੀਂ ਹੈ, ਉਹ ਅਕਲ ਦੇ ਉਹ ਥੋੜੇ ਜਿਹਾ ਢਿੱਲੇ ਹੁੰਦੇ ਆ। ਜਾਂ ਆਪਣੀ ਦਾਦੀ ਨੂੰ ਮਾੜਾ ਚੰਗਾ ਕਹਿਣਾ, ਉਹ ਏਦਾਂ ਆ ਨਾ ਵੀ ਫਿਰ ਉਹ ਜਿਹੜੇ ਹੁੰਦੇ ਆ ਆਪਣੇ ਡੈਡ ਦੀ ਸਾਈਡ ਦੇ ਵੱਲ ਦੇ, ਤਾਂ ਉਹ ਤਾਂ ਹਮੇਸ਼ਾ ਹੀ ਮਾੜੇ ਰਹੇ ਆ। ਆਪਣੀ ਮਾਂ ਦੀ ਸਾਈਡ ਦੇ ਜਿੰਨੇ ਮਰਜ਼ੀ ਮਾੜੇ ਹੋਣ, ਉਹਨਾਂ ਨੂੰ ਅਸੀਂ ਮਾੜੇ ਕਦੀ ਵੀ ਨਹੀਂ ਕਹਿਣਾ। ਉਹ ਤਾਂ ਹਮੇਸ਼ਾ ਹੀ ਚੰਗੇ ਆ ਕਿਉਂਕਿ ਉਹ ਮਾਂ ਦੀ ਸਾਈਡ ਦੇ ਆ।
ਜਿਹੜੇ ਮੁੰਡੇ ਦੀ ਸਾਈਡ ਦੇ ਆ, ਪਿਓ ਦੀ ਸਾਈਡ ਦੇ, ਉਹ ਤਾਂ ਹਮੇਸ਼ਾ ਹੀ ਮਾੜੇ, ਜਿੰਨਾ ਮਰਜ਼ੀ ਤੁਸੀਂ ਕਰ ਲਵੋ, ਇਹ ਤਾਂ ਮਾੜੇ ਮਾੜੇ ਹੈਗੇ ਆ। ਬਾਕੀ ਜਿਹੜੇ ਹੈਗੇ ਵਿਆਹ ਹੈਗੇ ਆ ਅੱਜ ਕੱਲ ਤਾਂ ਵਿਆਹਾਂ ਦੇ ਵਿੱਚੋਂ ਕੀ ਕਰਨਾ, ਜਿਹੜੇ ਕਿ ਇੰਗਲੈਂਡ ਆਪਣੇ ਕੈਨੇਡਾ ਦੇ ਵਿੱਚ ਕਿੰਨੇ ਲੋਕ ਉਦੋਂ ਗਏ ਆ ਜਦੋਂ ਕਿ ਇਹ ਸਕੀਮਾਂ ਹੁੰਦੀਆਂ ਸੀ ਵੀ ਤੁਸੀਂ ਜੀ ਲੋਕਾਂ ਨੇ ਤਾਂ ਆਪਣੀਆਂ ਭੈਣਾਂ ਵੀ ਵਾਈਫ ਬਣਾ ਕੇ ਵੀ ਸੱਦ ਲਈਆਂ। ਬਿਲਕੁਲ ਬਿਲਕੁਲ ਜਿੱਦਾਂ ਲੋਕੀ ਕਹਿ ਰਹੇ ਨੇ ਜੀ ਧੁਰਾ ਤੋਂ ਚੱਲੀਆਂ ਆਈਆਂ ਇਹ ਰੀਤਾਂ, ਧੁਰਾ ਉਹ ਉੱਤੋਂ ਰੱਬ ਹੀ ਜਦੋਂ ਕਹੂਗਾ ਉਹਦੀ ਅੰਜਲ ਹੋਊਗਾ। ਇਹ ਅੰਜਲ ਸਾਲੇ ਕਿੱਥੇ ਗਏ ਜਦੋਂ ਕਿ ਤੁਸੀਂ ਆਪਣੀਆਂ ਭੈਣਾਂ ਹੀ ਜਿਹੜੀਆਂ ਵਾਈਫ ਮੰਗਾ ਲਈਆਂ ਬਣਾ ਕੇ, ਭਰਾਵਾਂ ਨੇ ਮੰਗਾ ਲਈਆਂ, ਫਿਰ ਆਦਮੀਆਂ ਨੇ ਮੰਗਾ ਲਿਆ ਆਪਣੀਆਂ ਰਿਸ਼ਤੇਦਾਰੀਆਂ ਨੂੰ, ਸਾਰੇ ਰਿਸ਼ਤੇਦਾਰ। ਇੱਕ ਯਾਨੀ ਕਿ ਆਦਮੀ ਫੜਿਆ ਆਪਣਾ ਪੰਜਾਬੀ, ਉਹ ਆਪਣੀ ਕੁੜੀ ਨਾਲ ਵਿਆਹ ਕਰਾ ਕੇ ਜਾ ਰਿਹਾ ਸੀ ਕੈਨੇਡਾ। ਉਹੀ ਤਾਂ ਮੈਂ ਗੱਲ ਕਹਿੰਦੀ ਆ ਵੀ ਇੱਥੇ ਤਾਂ ਬਾਹਰ ਨੂੰ ਲੋਕਾਂ ਲਈ ਆਉਣ ਲਈ ਤਾਂ ਲੋਕੀ ਕੁਝ ਵੀ ਕਰ ਸਕਦੇ ਆ, ਕੁਝ ਵੀ ਕਰ ਸਕਦੇ ਆ। ਹੁਣ ਇੱਥੇ ਬੱਚੇ ਜਿੰਨੇ ਵੀ ਸਟੂਡੈਂਟ ਐਜ਼ ਏ ਸਟੂਡੈਂਟ ਆਉਂਦੇ ਹੈਗੇ ਆ, ਮੈਂ ਕਹਿੰਦੀ ਇੱਥੇ ਲੰਡਨ ਦੇ ਵਿੱਚ ਜਿੱਥੇ ਵੀ ਦੇਖ ਲਓ ਤੁਸੀਂ, ਬਰੋਡਵੇ ਤੇ ਚਲ ਜਾਓ, ਤੁਸੀਂ ਕਿਸੇ ਵੀ ਪਾਸੇ ਚਲ ਜਾਓ, ਸਟੋਰਾਂ ਦੇ ਵਿੱਚ ਕੁੜੀਆਂ ਦੇ ਚੂੜੇ ਪਾਏ ਆ, ਇੱਥੇ ਆਣ ਕੇ ਵਿਆਹ ਕਰਾ ਲੈਂਦੀਆਂ ਆ। ਮੁੰਡੇ ਪਹਿਲੋਂ ਆਏ ਹੁੰਦੇ, ਉਹਨਾਂ ਦੇ ਜਿਹੜੇ ਬॉयਫ੍ਰੈਂਡ ਆ ਆਪ ਉਹ ਜਿੱਦਾਂ ਵੀ ਆਉਂਦੀਆਂ ਆ, ਉਹ ਆਣ ਕੇ ਤੇ ਵਿਆਹ ਬੂ ਕਰਾ ਕੇ ਤੇ ਚੱਲ ਆਪਣੇ ਰਹੀ ਜਾਂਦੇ ਆ। ਜਦੋਂ ਬੱਚਾ ਬਣੂਗਾ ਤਾਂ ਕਹਿੰਦੇ ਅਸੀਂ ਪੱਕੇ ਹੋ ਜਾਵਾਂਗੇ। ਅੱਜ ਕੱਲ ਇਹ ਬੜਾ ਟ੍ਰੈਂਡ ਚੱਲਿਆ ਹੈ ਨਾ, ਇਹ ਤੋਂ ਬਿਨਾਂ ਪੱਕੇ ਹੋਣ ਤੋਂ ਬਾਅਦ ਫਿਰ ਉੱਥੋਂ ਆਪਣਾ ਬॉयਫ੍ਰੈਂਡ ਮੰਗਵਾਉਂਦੀਆਂ ਇੰਡੀਆ ਤੋਂ। ਹਾਂ, ਉਹ ਬॉयਫ੍ਰੈਂਡ ਉਹ ਤਾਂ ਬਾਅਦ ਦੀ ਗੱਲ ਹੈਗੀ, ਬॉयਫ੍ਰੈਂਡ ਲੈ ਕੇ ਹੀ ਉੱਥੋਂ ਆਉਂਦੀਆਂ ਆ। ਹਾਂ, ਇਹ ਵੀ ਹੈ। ਉਹ ਫਿਰ ਇੱਥੇ ਆਣ ਕੇ ਵਿਆਹ ਕਰਾ ਲੈਂਦੀਆਂ। ਚੱਲ ਵੀ ਅਸੀਂ ਅੱਜ ਕੱਲ ਇਹ ਬੜਾ ਟ੍ਰੈਂਡ ਆ ਵੀ ਅਸੀਂ ਪੜ੍ਹਨ ਲਈ ਆਈਆਂ ਆ, ਉਹਦੇ ਪੜ੍ਹਨਾ ਸੁਆਹ ਹੁੰਦਾ ਉਹਨਾਂ ਨੇ, ਉਹਦੇ ਵਿਆਹ ਵੂ ਕਰਾ ਕੇ ਚੱਲ ਵੀ ਅਸੀਂ ਮੈਂ ਕੰਮ ਕਰ ਲੈਂਦੀਆਂ। ਉਹੀ ਜਿੱਦਾਂ ਹਰਜਾਪ ਭੰਗਲ ਕਹਿੰਦਾ ਹੁੰਦਾ ਆ, ਉਹ ਆਪ ਵੀ ਪੱਕਾ, ਆਪ ਵੀ ਕੱਚਾ ਤਾਂ ਗਾਂ ਪਲੱਸ ਕੱਚਾ ਤੇ ਬੱਚਾ ਵੀ ਕੱਚਾ। ਓਕੇ ਜੀ ਚਾਂਦ ਜੀ, ਓਕੇ ਓਕੇ, ਬਹੁਤ ਮਿਹਰਬਾਨੀ। ਹੈਵ ਅ ਲਵਲੀ ਈਵਨਿੰਗ, ਬਾਏ ਬਾਏ। ਬਾਏ ਬਾਏ। ਇਹ ਤਾਂ ਸੀ ਜੀ ਚਾਂਦ ਜੈਰਤ ਹੋਣੀ ਆਪਣੇ ਲੰਡਨ ਤੋਂ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਜਿਹੜਾ ਹੈਗਾ ਸਾਨੂੰ ਆਪਣੇ ਵਿਚਾਰ ਦੱਸ ਸਕਦੇ ਆ, ਕਿਉਂਕਿ ਵਿਆਹ ਦੀਆਂ ਜਿਹੜੀਆਂ ਚੀਰ ਫਾੜਾ ਪੰਜ ਵਿਆਹ ਬਾਰੇ ਕਰ ਰਹੇ ਹੈਗੇ ਆ, ਬੜੀਆਂ ਗੱਲਾਂ ਸਾਹਮਣੇ ਆ ਰਹੀਆਂ ਹੈਗੀਆਂ। ਬਹੁਤ ਸਾਰੇ ਬੱਚੇ ਇੱਕੋ ਯਾਨੀ ਕਿ ਸੇਮ ਜੈਂਡਰ ਦੇ ਵੀ ਵਿਆਹ ਕਰਾ ਰਹੇ ਹੈਗੇ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਡਾਕਟਰ ਸਾਹਿਬ ਨਮਸਕਾਰ ਜੀ, ਮੈਂ ਪਿਆਲਾ ਬੰਗੜ ਬੋਲ ਰਿਹਾ ਜੀ। ਬੰਗੜ ਸਾਹਿਬ, ਕੀ ਕਹਿਣਾ ਚਾਹੋਗੇ ਇਸ ਘਚੋਲੇ ਬਾਰੇ? ਬਹੁਤ ਕੁਝ ਕਹਿਣਾ ਚਾਹੂੰਗਾ ਜੀ। ਹਾਂਜੀ, ਅਸਲ ਤੌਰ ਤੇ ਜਿਹੜਾ ਮੈਰਿਜ ਆ ਨਾ, ਵਿਆਹ ਆ, ਇਹ ਤਾਂ ਦੋ ਬੱਚਿਆਂ ਦਾ ਹੋਣਾ ਹੀ ਹੁੰਦਾ ਔਰ ਕਰਨਾ ਵੀ ਚਾਹੀਦਾ। ਔਰ ਅਸਲ ਤੌਰ ਤੇ ਪਤਾ ਕੀ ਆ, ਸਾਡੇ ਸਮਾਜ ਦੀ ਜਿਹੜੀ ਬਣਤਰ ਆ, ਬੱਚਿਆਂ ਨੇ ਬਹੁਤ ਕੁਛ ਇਹਦੇ ਵਿੱਚ ਸਾਡਿਆਂ ਨੇ ਚੇਂਜ ਕਰ ਦਿੱਤਾ। ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਉਹਨੇ ਕੀ ਦੇਖਿਆ ਕਿ ਜਦੋਂ ਪਹਿਲਾਂ ਪਹਿਲ ਸਾਡੇ ਆਪਣੀ ਅਰੇਂਜ ਨਾਲ ਆਪਾਂ ਗੱਲ ਕਰਦੇ ਸੀ, ਮੈਰਿਜ ਕਰਦੇ ਸੀ, ਤੇ ਜਿਹੜੇ ਲੜਕੇ ਵਾਲੇ ਆ ਉਹ ਆਪਣੇ ਆਪ ਨੂੰ, ਤੁਸੀਂ ਵੀ ਵਿਚਾਰਦੇ ਹੋਵੋਗੇ ਇਸ ਗੱਲ ਨੂੰ, ਕਿ ਜਦੋਂ ਲੜਕੇ ਦਾ ਵਿਆਹ ਕਰਨਾ ਹੁੰਦਾ ਉਹ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਆ। ਇਹ ਤਾਂ ਬੰਗੜ ਸਾਹਿਬ ਹੁਣ ਵੀ ਸਮਝਦੇ ਆਪਣੇ ਆਪ ਨੂੰ। ਹਾਂਜੀ, ਸੁਣੋ ਮੇਰੀ ਬਾਤ, ਖਿਆਲ ਨਾਲ ਸੁਣਨੀ। ਪਰ ਉਹੋ ਹੀ ਜਿਹੜਾ ਪੇਅਰ ਆ, ਜਿਹੜੀ ਮਾਂ ਬਾਪ ਆ, ਜਦੋਂ ਉਹਨੇ ਦੂਸਰੇ ਨੇ ਮੰਨ ਲਓ ਆਪਣੀ ਲੜਕੀ ਦਾ ਵਿਆਹ ਕਰਨਾ, ਤੇ ਉਹ ਥੱਲੇ ਧਰਤੀ 'ਚ ਬੈਠੇ ਹੋ ਜਾ ਕੇ ਪਤਾਲ 'ਚ ਲੱਗ ਜਾਂਦੇ ਆ। ਇਦਾਂ ਹੀ ਕਹਿਣ ਦਾ, ਸੁਣੋ ਮੇਰੀ ਬਾਤ, ਕਹਿਣ ਦਾ ਭਾਵ ਇਹ ਆ ਕਿ ਸਾਡੀ ਜਿਹੜੀ ਸੋਚ ਆ ਉਹ ਇੰਨੀ ਵਨ ਸਾਈਡਡ ਬਣ ਚੁੱਕੀ ਆ ਕਿ ਇਹਨਾਂ ਬੱਚਿਆਂ ਨੇ ਦੇਖਿਆ ਵੀ ਜੇ ਮੈਂ ਲੜਕੀ ਆ, ਇੰਨੀ ਡਿਗਰੀ ਕੀਤੀ ਹੋਈ ਆ, ਮੇਰੇ ਬਾਪ ਨੇ ਤਾਂ ਉਹ ਦੂਸਰੇ ਜਿਹੜਾ ਲੜਕਾ ਮੇਰੇ ਲਈ ਟੋਲਣਾ ਆ, ਉਹਨੀ ਤਾਂ ਸਾਨੂੰ ਸਮਝਣਾ ਸੀ ਦਵਾਨੀ ਦੇ ਵੀ ਨਹੀਂ ਹੋ, ਮੇਰੀ ਵੈਲਿਊ ਹੀ ਨਹੀਂ ਕੋਈ। ਇਹ ਗੱਲਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ, ਪਤਾ ਕੀ ਹੋਇਆ ਕਿ ਆਪਣੇ ਬੱਚੇ ਜਿਹੜੇ ਆ ਉਹ ਫਿਰ ਆਪਣੇ ਮਾਂ-ਬਾਪ ਨੂੰ ਕਹਿਣ ਲੱਗ ਪਏ, ਖਾਸ ਤੌਰ ਤੇ ਲੜਕੀਆਂ, ਵੀ ਅਸੀਂ ਜਿਹੜੇ ਹੈ ਨਾ ਆਪਣੇ ਆਪ ਨੂੰ ਉੱਚਾ ਸਮਝਦੇ, ਵੀ ਮੇਰੀ ਪੋਜੀਸ਼ਨ ਉੱਚੀ ਆ, ਇਹਦੇ ਨਾਲ ਬੈਟਰ ਆ ਕਿ ਅਸੀਂ ਆਪਣੇ ਆਪ ਢੋਲਾਂਗੇ, ਸਾਡੀ ਜਿਹੜੇ ਕਹਿਣਾ ਸਾਨੂੰ ਅੱਛਾ ਲੱਗੂਗਾ ਤੇ ਉਹ ਸਾਡੀ ਜਿਹੜੀ ਜ਼ਿੰਦਗੀ ਆ ਉਹ ਅੱਛੀ ਲੰਘੂਗੀ ਔਰ ਲੰਘ ਵੀ ਰਹੀ ਆ। ਸੋ ਜਿਹੜੀਆਂ ਆਪਣੀਆਂ ਮਹੂਰਤ ਦੀਆਂ ਗੱਲਾਂ ਆ ਜਾਂ ਹੋਰ ਗੱਲਾਂ ਆ ਜਾਂ ਦਾਜ ਦਹੇਜ ਦੀਆਂ ਸਾਡੀਆਂ ਗੱਲਾਂ ਜਾਂ ਜਿਹੜੇ ਅਸੀਂ ਮੁੰਦੀਆਂ ਪਾਉਂਦੇ ਆ, ਇਹ ਸਭ ਫਜ਼ੂਲ ਆ। ਮੈਂ ਇਹਨਾਂ ਗੱਲਾਂ ਦੇ ਬਹੁਤ ਖਿਲਾਫ ਆ, ਮੈਂ ਬਹੁਤ ਕੁਝ ਲਿਖਦਾ ਇਹਦੇ ਬਾਰੇ। ਹਾਂਜੀ, ਠੀਕ ਹੈ ਜੀ, ਠੀਕ ਹੈ। ਸਾਡੇ ਸਿਸਟਮ ਨੂੰ ਜੇਕਰ ਅਸੀਂ ਵਧੀਆ ਬਣਾਉਣਾ ਆ ਤਾਂ ਨੰਬਰ 1 ਇਹ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਦੇ ਕੇ, ਤੁਹਾਡੇ ਵਾਂਗੂ ਐਜੂਕੇਟਡ ਬਣਾ ਕੇ, ਬੜੇ ਬੜੇ ਫਿਲਾਸਫਰ ਬਣਾ ਕੇ, ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਜਿਹੜੀ ਆ, ਕਿਉਂਕਿ ਜ਼ਿੰਦਗੀ ਦੇ ਵਿੱਚ ਜਿੱਦਾਂ ਆਪਣਾ ਸਮਾਂ ਸੀਗਾ ਉਦੋਂ ਸਾਡੇ ਲਈ ਤਾਂ ਅਰੇਂਜਮੈਂਟ ਕੀਤੀ ਗਈ ਸੀ, ਅਸੀਂ ਇਹਨੂੰ ਐਕਸੈਪਟ ਕਰਦੇ ਸੀ। ਜਿੱਦਾਂ ਆਪਣੇ ਇੱਕ ਸੱਜਣ ਨੇ ਕਿਹਾ ਕਿ ਸਾਨੂੰ ਦਿਖਾਇਆ ਵੀ ਨਹੀਂ ਜਾਂਦਾ ਸੀ, ਉਹ ਸਮਾਂ ਸੀ। ਅੱਜ ਇਹ ਸਮਾਂ ਨਹੀਂ। ਅੱਜ ਆਪਾਂ ਬੱਚਿਆਂ ਨੂੰ ਕਦੇ ਵੀ ਫੋਰਸ ਮਤ ਕਰੀਏ। ਠੀਕ ਹੈ ਜੀ, ਠੀਕ ਹੈ। ਲੋੜ ਹੀ ਨਹੀਂ ਫੋਰਸ, ਫੋਰਸ ਕਿਉਂ ਕਰਨਾ? ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕੋ ਹੀ ਤਾਂ ਸਮਾਂ ਤੁਸੀਂ ਆਉਂਦਾ ਕਿ ਆਪਣੀ ਜ਼ਿੰਦਗੀ ਨੂੰ ਜਿਹੜਾ ਅੱਗੇ
ਸਕਸੈਸਫੁਲੀ ਲਿਜਾਣਾ ਆ ਤੇ ਜਿਹੜੇ ਸੂਝਵਾਨ ਮਾਂ-ਬਾਪ ਆ ਉਹ ਤਾਂ ਬੱਚਿਆਂ ਨੂੰ ਉੱਚੀ ਪੜ੍ਹਾਈ ਦੇ ਕੇ ਉੱਚੀ ਪੜ੍ਹਾਈ ਕਰਾ ਕੇ ਜੇਕਰ ਹੋ ਸਕਦਾ ਤੇ ਮਕਾਨ ਲੈ ਕੇ ਉਹਦੇ ਵਿੱਚ ਮਦਦ ਕਰ ਦੇਣਗੇ। ਬਿਲਕੁਲ ਨਾ ਕਿ ਵੇਸਟ ਮਨੀ ਔਨ ਮੈਰਿਜ 2 ਮਿੰਟ ਵਾਲੇ ਉੱਥੇ ਕਿਸੇ ਨੂੰ ਸ਼ਰਾਬ ਪੜਾ ਦੇਣੀ ਜਾਂ ਕਿਸੇ ਨੂੰ ਮੁੰਦੀਆਂ ਪਾ ਦੇਣੀ, ਇਹ ਕਿਹੜੇ ਕੰਮ ਆ? ਠੀਕ ਹੈ ਆਪਾਂ ਨੂੰ ਇਹਨਾਂ ਤੋਂ ਬਿਲਕੁਲ ਹਟਣਾ ਪਏਗਾ। ਆਪਾਂ ਜੇਕਰ ਜ਼ਿੰਦਗੀ ਉਹ ਵੱਖਰੀਆਂ ਗੱਲਾਂ ਕਿ ਜਿਹੜੀ ਹੈ ਨਾ ਆਪਣੇ ਮਤਲਬ ਲਈ ਬੱਚੇ ਕਰ ਰਹੇ ਆ, ਜੋ ਆਪਣੀ ਲੜਕੀ ਪਹਿਲਾਂ ਬੋਲ ਰਹੀ ਸੀ ਉਹਦਾ ਮਤਲਬ ਲਈ ਗੱਲਾਂ ਹੋਰ ਵਾ। ਜ਼ਿੰਦਗੀ ਜਿਹੜੀ ਅਸਲ ਚਲਾਉਣੀ ਆ ਉਹ ਕੁਝ ਹੋਰ ਵਾ। ਠੀਕ ਹੈ ਠੀਕ ਹੈ। ਤੁਸੀਂ ਜਿੰਨੇ ਗੱਲਾਂ ਕਰਦੇ ਆ ਉਹ ਪ੍ਰੈਕਟੀਕਲੀ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆ ਜਿਹੜਾ ਤੁਹਾਡੇ ਸਬਜੈਕਟ ਹੁੰਦੇ ਆ ਆਪਾਂ ਉਹ ਤੋਂ ਉਹ ਸੇਧ ਲੈਣੀ ਆ ਕਿ ਆਪਾਂ ਅੱਜ ਸਿੱਖਿਆ ਕੀ ਆ। ਡਾਕਟਰ ਸਾਹਿਬ ਸਾਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਆ। ਜਦੋਂ ਲੋਕਾਂ ਦਾ ਮਾਈਂਡ ਇੱਥੇ ਆ ਗਿਆ ਡਾਕਟਰ ਸਾਹਿਬ ਤੁਸੀਂ ਸਮਝ ਲਓ ਤੁਹਾਡਾ ਜਿਹੜਾ 1 ਘੰਟਾ ਆ ਇਹ ਲੱਖਾਂ ਦਾ ਇਹਦੀ ਕੀਮਤ ਪੈ ਜਾਣੀ ਹੈ। ਥੈਂਕ ਯੂ ਬੰਗਰ ਸਾਹਿਬ, ਬਹੁਤ ਮਿਹਰਬਾਨੀ। ਤੁਹਾਡਾ ਬਹੁਤ ਸ਼ੁਕਰੀਆ ਜੋ ਮੈਨੂੰ ਸਮਝਤਾ। ਮੇਰਾ ਖਿਆਲ ਹੈ ਕਿ ਤੁਸੀਂ ਮੇਰਾ ਪੁਆਇੰਟ ਸਮਝ ਗਏ ਹੋ। ਬਿਲਕੁਲ। ਨਮਸਕਾਰ ਜੀ। ਨਮਸਕਾਰ ਜੀ। ਇਹ ਤਾਂ ਸੀ ਜੀ ਪਿਆਰੇ ਲਾਲ ਬੰਗੜ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਸਾਂਝੇ ਕੀਤੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੈਗੀਆਂ ਜਿਹੜੀਆਂ ਕਿ ਬਹੁਤ ਜ਼ਰੂਰੀ ਵੀ ਹੈ ਕਰਨੀਆਂ। ਬਹੁਤ ਸਾਰੇ ਬੱਚੇ ਵਿਆਹ ਵੀ ਨਹੀਂ ਕਰਾ ਰਹੇ ਹੈਗੇ। ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਇਕੱਠੇ ਰਹਿ ਰਹੇ ਹੈਗੇ ਆ ਅਤੇ ਇਕੱਠੇ ਰਹਿ ਕੇ ਉਹਨਾਂ ਦੇ ਬੱਚੇ ਵੀ ਯਾਨੀ ਕਿ ਹੋ ਜਾਂਦੇ ਹੈ, ਉਹ ਵੀ ਐਕਸੈਪਟਡ ਹੈ ਇਸ ਸਮਾਜ ਦੇ ਵਿੱਚ, ਕਿਉਂਕਿ ਡੋਮੀਨੇਟਿੰਗ ਸਮਾਜ ਦਾ ਜਿਹੜਾ ਹੈਗਾ ਸਾਡੇ 'ਤੇ ਅਸਰ ਪੈਣਾ ਹੀ ਪੈਣਾ ਹੈਗਾ। ਨਾਲੇ ਇਸ ਤੋਂ ਬਿਨਾਂ ਇਹ ਬੱਚਿਆਂ ਦੀ ਲਾਈਫ ਹੈ, ਜੇ ਉਹ ਨਹੀਂ ਵੀ ਵਿਆਹ ਕਰਾਉਣਾ ਚਾਹੁੰਦੇ, ਇਹ ਕੋਈ ਯਾਨੀ ਕਿ ਇੱਥੇ ਪਰਲੋ ਨਹੀਂ ਆ ਗਈ ਹੈ, ਕੋਈ ਬੰਬ ਨਹੀਂ ਡਿੱਗ ਪਿਆ ਹੈਗਾ, ਜਾਂ ਯਾਨੀ ਕਿ ਜੋ ਬੱਚੇ ਵੀ ਨਹੀਂ ਪੈਦਾ ਕਰਨੇ ਚਾਹੀਦੇ ਤਾਂ ਵੀ ਕੋਈ ਬੰਬ ਨਹੀਂ ਡਿੱਗ ਪਿਆ। ਜੇ ਯਾਨੀ ਕਿ ਕੁੜੀਆਂ ਨਾਲ ਰਹਿਣਾ ਚਾਹੁੰਦੀਆਂ ਤਾਂ ਉਹ ਵੀ ਕੋਈ ਬੰਬ ਨਹੀਂ ਡਿੱਗ ਪਿਆ, ਅਤੇ ਜੇ ਮੁੰਡਿਆਂ ਨਾਲ ਰਹਿਣਾ ਚਾਹੁੰਦਾ ਹੈਗਾ, ਮੁੰਡੇ ਨਾਲ ਰਹਿਣਾ ਚਾਹੁੰਦਾ ਤਾਂ ਉਹ ਵੀ ਕੋਈ ਬੰਬ ਨਹੀਂ ਡਿੱਗ ਪਿਆ। ਕਿਉਂਕਿ ਇਹ ਗੱਲਾਂ ਹਿਊਮਨ ਰਾਈਟਸ ਦੀਆਂ, ਇੰਡੀਵਿਜੂਅਲ ਰਾਈਟਸ ਦੀਆਂ ਇਸ ਮੁਲਕ ਵਿੱਚ ਅਸੀਂ ਆਏ ਅਤੇ ਅਸੀਂ ਚੂਜ਼ ਕੀਤਾ ਸੀ ਇਸ ਮੁਲਕ ਨੂੰ ਆਉਣਾ। ਜੇ ਸਾਨੂੰ ਇਹਨਾਂ ਦੀਆਂ ਕਦਰਾਂ ਕੀਮਤਾਂ ਨਹੀਂ ਚੰਗੀਆਂ ਲੱਗਦੀਆਂ ਤਾਂ ਨਹੀਂ ਸੀ ਹੋਣਾ ਚਾਹੀਦਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ बोलते हैं? वेलकम है जी। मैं काफ़ी देर से बात करी। मैं ना 7 बजे से पहले से इनको बोल रही हूँ कि आपके ऑनलाइन नहीं चल रही कहते हम ठीक कर रहे हैं पर ये नहीं कर रहे। अच्छा जी। अभी मैं आई हूँ, मुझे पता नहीं क्या चल रहा है। अभी तक आपके जो ऑनलाइन सर्विस है वो नहीं चल रही। रियली वेरी बैड सर्विस है आपके कांशी टीवी की, क्योंकि यही हमारा एक मेन मेरा प्रोग्राम होता है जिसमें मैं पार्टिसिपेट करती हूँ, मुझे बहुत कुछ मिलता है। पर मुझे आज पता ही नहीं आपका ये टाइटल भी क्या है। ये आज का जो टाइटल है ना ये है भाई मैरिजेस, क्या अरेंज मैरिज ठीक है जिनके या लव मैरिज ठीक है? प्लीज से अगेन। भाई लव मैरिज ठीक है या जहाँ अरेंज्ड मैरिज ठीक है? ये जो आपने ये मैरिज कर रखा है ये दोनों ही ठीक है अपनी अपनी जगह अगर चल जाए तो। वैसे अरेंज जो लव मैरिज है वो कहा जाता है कि ये जब मैरिज अगर डिस्ट्रॉय होती है तो पहले तो अरेंज मैरिज के लिए लोग बोलते हैं अरे ये मैरिज कैसे चलेगी, जबकि लोग 1-2 जने आपस में पहचानते नहीं, जानते ही नहीं, ये मैरिज कैसे सक्सेस होगी। पर ये 2 परिवारों ने एक दूसरे परिवार से मिले होते हैं, उनके बारे में मालूम होता है। पर दूसरी तरफ लोग कहते हैं कि लव मैरिज बहुत अच्छे, पर लव मैरिज में सब लोग देख कर चलते हैं, सबको मालूम होता है कि लड़का लड़की आपस में जानते हैं एक दूसरे को, पर उसके बाद भी डिवोर्स हो रहे हैं। क्यों? तो इसलिए ये कहना बहुत मुश्किल है कि लव मैरिज जो है या अरेंज मैरिज दोनों में से कौन सी अच्छी है, इसके लिए कहना मुश्किल है। पर फिर भी मैं ये कहूंगी अरेंज मैरिज में आपके साथ लोग खड़े हैं, आपके फ्रेंड ही खड़ी है, आपके फ्रेंड्स रिश्तेदार आपके साथ हैं जो आपके पूरा साथ देते हैं कि उसके बीच में आकर आपकी जो सलाह मशवरा करवाते हैं। पर मेन जो चीज़ होती है कि दोनों मैरिज में मनी आती है, पैसा होता है, जो शुरू में तो ये बाहर मिलते हैं, जब एक छत के नीचे रहना पड़ता है तब मालूम पड़ता है असली कि ये पार्टनर कैसे हैं। फिर उसके बाद कुछ समय निकलने का जो इंटरफेरेंस है वो जो अपने परिवारों के बीच में होती है वो बड़ी बैड है, उसके कारण भी डिवोर्स वगैरह होते हैं। पर ऑन द होल ये मैं कह सकती हूँ कि दोनों मैरिज में डिवोर्स होते हैं, दोनों ही मैरिज में लड़ाई झगड़े होते हैं, दोनों ही उसमें फिजिकल अब्यूज देखे जाएंगे, सेक्सुअल अब्यूज देखे जाएंगे, फाइनेंशियल अब्यूज देखे जाते हैं, इमोशनल अब्यूज देखे जाते हैं, इवन ऑनलाइन पर भी होता है। और ये सब रीजन है जिनके कारण में इनकी आपस में जो डिवोर्सेस जो है वो होता है और लड़ाइयाँ झगड़े होते हैं। पर फिर भी देखा गया है कि जो हमारे टाइम पे जब हम लोग जो अरेंज मैरिज है जो हुई है उनमें सक्सेस ज़्यादा है। जो लव मैरिज है वो पहले तो लिविंग टुगेदर रहने लग गए हैं। आई थिंक उससे ये फायदा कि अगर उनको आपस में नहीं बनती है लिविंग टुगेदर में वो कभी भी सेपरेट हो सकते हैं। पर जो अरेंज मैरिज है मेरे को ये लगता है वो ठीक है। पर दूसरी तरफ जो लव मैरिज है उसमें वो भी ठीक है, क्योंकि उसमें लोग ये कहते हैं कि हम एक दूसरे को पहचानते हैं, सब कुछ करते हैं, एक दूसरे के बारे में बहुत मालूम है। पर आज का जो समय है वो लव मैरिज का वो ज़्यादा अच्छा है, क्योंकि दोनों हस्बैंड वाइफ, दोनों लड़का लड़की आपस में जानते हैं,
उसके ऊपर कोई फोर्सिंग नहीं की जाती है, वो कोई दबाव में आकर शादी नहीं कर रहे हैं। अगर उनकी नहीं बनती तो वो किसी को कसूरवार नहीं करते, पर हमारे माँ बाप जो हैं, हमारे जो पेरेंट्स हैं, उनको वो रुकावट बनते हैं इनकी शादी में, जिसके कारण ये बच्चे बहुत सफर करते हैं। और जब शादी कर देते हैं लव मैरिज ना करा के, जहाँ वो चाहते हैं शादी करना, अगर वहाँ नहीं करते हैं, माँ बाप नहीं करते, दूसरी जगह करते हैं, उससे ज्यादा प्रॉब्लम क्रिएट होती है। उसी के कारण घरों में लड़ाई झगड़े होते हैं, और ये जो है जहाँ तक कि कई बार सुसाइड तक हो जाते हैं। तो इसलिए मैं यहाँ पर यही कहना चाहती हूँ कि अरेंज मैरिज से जो लव मैरिज अगर बच्चे करने चाहते हैं उनमें कोई रोकी मत, वो बहुत सक्सेस चाहते हैं। जरूरी नहीं कि उनमें डिवोर्स भी हो जाएंगे, पर फिर भी वो किसी को ब्लेम नहीं देते, वो खुशी खुशी अलग होते हैं। जो भी कुछ है इन द एंड मैं ये कहूँगी लव मैरिज जो है वो ज्यादा अच्छी है आज के समय के हिसाब से। थैंक यू जी। ਇਹ ਤਾਂ ਸੀ ਜੀ ਅਰਚਨਾ ਜੀ ਜਿਨ੍ਹਾਂ ਨੇ ਟੈਲੀਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੈਗੇ ਆ। ਮੈਰਿਜ ਦੇ ਕਈ ਤਰ੍ਹਾਂ ਦੇ ਪੱਖ ਜਿਹੜੇ ਹੈਗੇ ਆ ਉਹ ਸਾਹਮਣੇ ਆ ਰਹੇ ਹੈਗੇ ਆ, ਕਿਉਂਕਿ ਉਹਦੇ ਨਾਲ ਬਹੁਤ ਚੀਜ਼ਾਂ ਰਿਲੇਟਡ ਹੈਗੀਆਂ। ਬਹੁਤ ਸਾਰਾ ਵੈਲਿਊ ਸਿਸਟਮ ਜਾਣੀ ਕਿ ਚੇਂਜ ਹੋ ਰਿਹਾ ਹੈਗਾ, ਸਾਡੀ ਆਪਣੀ ਸੋਚ ਜਾਣੀ ਕਿ ਚੇਂਜ ਹੋ ਰਹੀ ਹੈ। ਜੇ ਤੁਸੀਂ ਆਪਣੀ ਸੋਚ ਵੱਲ ਵੀ ਦੇਖੋ, ਇਸੇ ਕਰਕੇ ਇਸ ਪ੍ਰੋਗਰਾਮ ਦਾ ਨਾਂ ਵੀ ਸੋਚ ਦਾ ਸਫ਼ਰ ਹੈ ਲਿਖਿਆ। ਜਿਹੜੀ ਸੋਚ ਜਦੋਂ ਮੈਂ 89 ਦੇ ਵਿੱਚ ਜਿਹੜੇ ਆਰਟੀਕਲ ਸੀਗੇ ਇਹ ਲਿਖੇ, ਉਦੋਂ ਅਤੇ ਹੁਣ ਦੀ ਸੋਚ ਵਿੱਚ, ਮੇਰੀ ਸੋਚ ਵਿੱਚ ਬੜਾ ਫਰਕ ਹੈਗਾ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸਾਡੀ ਸੋਚ ਹੈਗੀ ਆ ਉਹ ਦਿਨੋਂ ਦਿਨ ਜਿਹੜੀ ਚੇਂਜ ਹੁੰਦੀ ਹੈਗੀ ਆ। ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਜੀ ਡਾਕਟਰ ਸਾਹਿਬ ਬਲਵੀਰ ਰਾਏ ਬੋਲਦੇ ਜੀ। ਬਲਵੀਰ ਜੀ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਵੀ ਵਿਸ਼ੇ ਤੁਹਾਡੇ ਵਧੀਆ। ਹਾਂਜੀ, ਕਿਉਂਕਿ ਇਹ ਸਾਰੇ ਵਿਸ਼ੇ ਜਿਹੜੇ ਆ ਇਹ ਸਾਰਿਆਂ ਨੂੰ ਪੜਚੋਲਣ ਦੀ ਲੋੜ ਹੈਗੀ ਆ। ਪੜ੍ਹਦੇ ਤਾਂ ਆਪਾਂ ਪਾਈ ਰੱਖਦੇ ਹਾਂ, ਪਰ ਹੁਣ ਬੈਠੇ ਅਸੀਂ ਯੂਰਪੀਅਨ ਕੰਟਰੀਆਂ ਦੇ ਵਿੱਚ ਆ, ਤੇ ਇੱਥੇ ਤਾਂ ਜ਼ਰੂਰ ਮੱਲੋ ਮੱਲੀ ਦੇਖ ਲਓ ਵੀ ਵਿਆਹ ਸ਼ਾਦੀਆਂ ਕੋਈ ਕਿਤੇ ਹੁੰਦਾ ਕੋਈ ਕਿਤੇ ਹੁੰਦਾ। ਤੇ ਬਹੁਤ ਸਾਰੇ ਹੁਣ ਪੋਲਿਸ਼ ਯੂਰਪੀਅਨ ਲੜਕੀਆਂ ਇੱਥੇ ਆਈਆਂ, ਉਹਨਾਂ ਨਾਲ ਵੀ ਬੜੀਆਂ ਸ਼ਾਦੀਆਂ ਲੋਕਾਂ ਨੇ ਕੀਤੀਆਂ, ਤੇ ਸਾਡੀਆਂ ਵੀ ਇੱਦਾਂ ਹੀ ਚੱਲਦੀਆਂ ਹੈਗੀਆਂ। ਤੇ ਡਾਕਟਰ ਸਾਹਿਬ, ਜਦੋਂ ਲਵ ਮੈਰਿਜ ਜਾਂ ਅਰੇਂਜ ਮੈਰਿਜ ਦੀ ਗੱਲ ਹੁੰਦੀ ਆ, ਤੇ ਸਾਡੇ ਸਮਾਜ ਦੀ ਇੱਦਾਂ ਦੀਆਂ ਗੱਲਾਂ ਹੈਗੀਆਂ ਵੀ ਤੁਸੀਂ ਬਹੁਤ ਕੁਛ ਪਹਿਲਾਂ ਦੱਸ ਵੀ ਦਿੱਤਾ ਸੀਗਾ, ਪਰ ਜਦੋਂ ਨਾ ਅਸੀਂ ਦੇਖਦੇ ਵੀ ਜੇ ਤਾਂ ਸਾਡੀਆਂ ਜਿਹੜੀਆਂ ਲੜਕੀਆਂ ਆ ਉਹ ਕਿਤੇ ਲਵ ਮੈਰਿਜ ਕਰਾ ਲੈਣ ਜਾਂ ਗੋਰਿਆਂ ਨਾਲ ਜਾਂ ਕੋਈ ਗੱਲਬਾਤ ਕਰ ਲੈਣ, ਫਿਰ ਤਾਂ ਅਸੀਂ ਗੜਾਸੇ ਕੱਢ ਲੈਂਦੇ ਹਾਂ। ਔਰ ਪਹਿਲਾਂ ਦੇਖੇ ਵੀ ਆਪਾਂ ਗੜਾਸੇ ਕੱਢਦੇ ਦੇਖੇ ਇੱਥੇ, ਤੇ ਆਪਾਂ ਵਿਆਹ ਉਹ ਹੋਣ ਨਹੀਂ ਦਿੱਤੇ ਹੈਗੇ, ਜਾਣੀ ਇੱਦਾਂ ਦੀਆਂ ਗੱਲਾਂ ਬਹੁਤ ਹੋਈਆਂ ਜਾਂ ਬਹੁਤ ਕੁਛ ਹੋਇਆ ਹੈਗਾ। ਤੇ ਜੇ ਕੋਈ ਮੁੰਡਾ ਕਰ ਲੈਂਦਾ ਗੋਰੀਆਂ ਨਾਲ ਵਿਆਹ ਸ਼ਾਦੀ ਇੱਦਾਂ, ਤਾਂ ਉਹ ਅਸੀਂ ਉਨੇ ਤਾਚ ਨਹੀਂ ਆਉਂਦੇ ਹੈਗੇ, ਉਹ ਉਨੇ ਗੜਾਸੇ ਨਹੀਂ ਕੱਢਦੇ, ਨਾ ਅਸੀਂ ਤਾਚ ਇੰਨਾ ਆਉਂਦੇ। ਚਲੋ ਜੇ ਹੋ ਗਿਆ ਫਿਰ ਠੀਕ ਮੰਨ ਲੈਂਦੇ, ਚਲੋ ਵੀ ਗੁੱਸੇ ਰਾਜੀ ਤਾਂ ਹੁੰਦੇ ਹੀ ਆ, ਪਰ ਮੰਨ ਜਾਂਦੇ ਫਿਰ। ਪਰ ਲੜਕੀਆਂ ਬਾਰੀ ਤਾਂ ਅਸੀਂ ਫਿਰ ਗੜਾਸੇ ਕੱਢ ਲੈਂਦੇ, ਉਹ ਅਸੀਂ ਇੱਦਾਂ ਜਾਣੀ ਅਸੀਂ ਟੂ ਫੇਸ ਵੀ ਹੈਗੇ ਆ। ਉਹ ਸਾਡੇ ਉੱਤੇ ਹੈਗੀ ਵੀ ਦੋ ਤਾਕੀ ਨੂੰ ਇੱਕ ਪਾਸੇ ਤਾਂ ਦੋ ਪਾਸਿਆਂ ਵਾਲੀ ਗੱਲ ਹੈਗੀ, ਦੰਦਿਆਂ ਵਾਲੀ। ਤੇ ਉਹ ਅਸੀਂ ਫਿਰ ਅਸੀਂ ਇਹ ਵੀ ਸਮਝਦੇ ਹਾਂ ਵੀ ਜੇ ਸਾਡੇ ਘਰ ਕੋਈ ਹੋਰ ਕਿਸੇ ਧਰਮ ਦੀ ਕੋਈ ਲੜਕੀ ਆ ਗਈ ਹੈਗੀ ਆ, ਤਾਂ ਉਹਨੂੰ ਫਿਰ ਅਸੀਂ ਆਪਣੇ ਧਰਮ ਦੇ ਹਿਸਾਬ ਨਾਲ ਉੱਦਾਂ ਦੇ ਪਾਠ ਪੂਜਾ ਕਰਾਉਂਦੇ ਹਾਂ ਵੀ ਉਹ ਉੱਦਾਂ ਦੀ ਬਣੇ ਸਾਡੇ ਵਰਗੀ, ਉਹਦਾ ਪਿਛਲਾ ਉਹ ਜਿਹੜਾ ਬਿਲਕੁਲ ਢੂ ਹੋ ਜਾਵੇ ਉਹਦੇ ਨਾਲ ਸਾਰਾ ਕੁਛ। ਤੇ ਉਹ ਅਸੀਂ ਮੱਲੋ ਮੱਲੀ ਜਾਣੀ ਵੀ ਇੱਦਾਂ ਦੀਆਂ ਗੱਲਾਂ ਕਰਦੇ ਹੈਗੇ ਆ। ਤੇ ਇਹ ਜਾਣੀ ਹੁਣ ਜਿਹੜਾ ਲਵ ਮੈਰਿਜ ਦੀ ਗੱਲ ਹੈਗੀ ਆ ਜਾਂ ਅਰੇਂਜ ਮੈਰਿਜ ਦੀ ਗੱਲ ਹੈਗੀ, ਜਿੱਦਾਂ ਹੁਣੇ ਹੀ ਇੱਕ ਕਾਲ ਬਹੁਤ ਵਧੀਆ ਆਈ ਸੀ ਬਈ ਲਵ ਮੈਰਿਜ ਦੇ ਹੁਣ ਜਿਹੜੀ ਅਰੇਂਜ ਮੈਰਿਜ ਵੀ ਹੁੰਦੀ ਹੈ ਨਾ, ਹੁਣ ਬਹੁਤ ਸਾਰੀਆਂ ਮੈਂ ਦੇਖੀਆਂ ਲਵ ਮੈਰਿਜ ਵਰਗੀਆਂ ਹੈਗੀਆਂ। ਹਾਂਜੀ ਹਾਂਜੀ ਹਾਂਜੀ। ਹੁਣ ਇਹ ਵੀ ਦੇਖਣਾ ਜ਼ਰੂਰੀ ਹੋ ਜਾਂਦਾ ਥੋੜ੍ਹਾ ਜਿਹਾ ਮੇਰੇ ਖਿਆਲ ਨਾਲ ਵੀ ਜੇ ਮਾਂ ਤੇ ਥੋੜ੍ਹਾ ਬਹੁਤਾ ਦੇਖ ਲੈਂਦੇ ਆ ਤਾਂ ਸਾਨੂੰ ਪਤਾ ਲੱਗ ਜਾਂਦਾ। ਨਹੀਂ ਤਾਂ ਬੱਚੇ ਜਿਹੜੇ ਜਦੋਂ ਸ਼ਾਦੀਆਂ ਕਰ ਲੈਂਦੇ ਆਪਣੇ ਆਪ ਵੀ, ਗੱਲ ਤਾਂ ਚੰਗੀ ਆ, ਕੋਈ ਨਹੀਂ ਹੈ ਮਾੜੀ, ਪਰ ਗੱਲ ਤਾਂ ਇਹ ਆ ਵੀ ਜੇ ਕਦੀ ਕਦੀ ਅਟਰੈਕਸ਼ਨ ਹੀ ਹੁੰਦੀ, ਇਕੱਲੀ ਹੋਰ ਕੁਛ ਨਹੀਂ ਹੁੰਦਾ। ਜੇ ਅਟਰੈਕਸ਼ਨ ਹੈਗੀ ਆ ਤਾਂ ਤੁਹਾਨੂੰ ਬਹੁਤੀ ਸਮਝਦਾਰੀ ਨਹੀਂ ਹੈਗੀ ਉਹਦੇ ਵਿੱਚ, ਤਾਂ ਤੁਹਾਡੀ ਲਾਈਫ ਜਿਹੜੀ ਉਹ ਬਹੁਤੀ ਗੁੱਡ ਨਹੀਂ ਹੋ ਸਕਦੀ ਹੈਗੀ। ਥੋੜ੍ਹੇ ਚਿਰ ਬਾਅਦ ਜੁੱਤੀ ਵੱਜਣ ਲੱਗ ਪੈਂਦੀ ਆ। ਤੇ ਉਹ ਜਿਹੜੀ ਜੁੱਤੀ ਵੱਜਣੀ ਆ ਉਹ ਇਹੀ ਕਾਰਨ ਆ ਵੀ ਕਿਉਂਕਿ ਦੋਨਾਂ ਨੂੰ ਸਮਝ ਨਹੀਂ ਹੁੰਦੀ, ਸਿਰਫ ਇੱਕ ਦੂਜੇ ਨੂੰ ਸੋਹਣੇ ਸੁਨੱਖੇ ਦੇਖ ਲਿਆ ਹੁੰਦਾ ਤਾਂ ਗੱਲ ਮੁੱਕ ਜਾਂਦੀ ਹੈ, ਕੋਈ ਸਮਝਦਾ ਬਹੁਤਾ ਰੌਲਾ ਨਹੀਂ ਉਹਦੇ ਵਿੱਚ। ਸੋ ਇਸ ਕਰਕੇ ਜੇ ਤੁਸੀਂ ਕੋਈ ਚੰਗੀ ਫੈਮਿਲੀ ਬਣਾਉਣੀ ਚਾਹੁੰਦੇ ਤਾਂ ਥੋੜ੍ਹੀ ਸਮਝ ਵੀ ਜ਼ਰੂਰੀ ਚਾਹੀਦੀ ਦੋਨਾਂ ਪਾਸਿਆਂ।
ਤੇ ਨਹੀਂ ਤਾਂ ਉਦਾਂ ਦੇ ਵੀ ਬੱਚੇ ਮਿਲ ਜਾਂਦੇ ਜਿਨ੍ਹਾਂ ਨੂੰ ਕੋਈ ਸਮਝ ਸੋਚ ਨਹੀਂ ਹੈਗੀ, ਸੋਹਣੇ ਸੁਨੱਖੇ ਪਰ ਕੋਈ ਗੱਲਬਾਤ ਨਹੀਂ ਹੈਗੀ ਵਿੱਚ, ਤੇ ਉਹ ਟੁੱਟ ਜਾਂਦੀ ਏਦਾਂ ਦੀਆਂ ਗੱਲਾਂ। ਬਾਕੀ ਜਿਹੜੇ ਲਵ ਮੈਰਿਜ ਆ ਉਹ ਵੀ ਬਥੇਰੇ ਟੁੱਟੀ ਜਾਂਦੇ ਆ, ਤੇ ਜਿਹੜੇ ਅਸੀਂ ਪਾਠ ਕਰਕੇ ਰਿਸ਼ਤੇ ਕਰਦੇ ਉਹ ਵੀ ਬਥੇਰੇ ਟੁੱਟੀ ਜਾਂਦੇ, ਉਹਦੀ ਕੋਈ ਗੱਲ ਨਹੀਂ ਐਸੀ ਹੈ, ਉਹ ਵੀ ਸਾਰੇ ਬਥੇਰੇ ਟੁੱਟਦੇ ਦੇਖੇ, ਡਿਵੋਰਸ ਹੋਈ ਜਾਂਦੇ, ਕੋਈ ਨਹੀਂ ਬਾਤ ਪੁੱਛਦਾ ਉਹਨਾਂ ਦੀ, ਤੇ ਪਾਠ ਵੀ ਉੱਥੇ ਕੁਛ ਨਹੀਂ ਕਰਦੇ ਹੈਗੇ। ਲੈ ਵੀ ਉਹ ਪਾਠ ਕੀਤਾ ਸੀਗਾ ਤਾਂ ਉਹ ਬਹੁਤ ਪੱਕਾ ਰਿਸ਼ਤਾ ਹੋ ਗਿਆ ਹੈਗਾ, ਜਾਂ ਉੱਪਰੋਂ ਆਇਆ ਸੀ ਜਾਂ ਥੱਲੇ ਆਇਆ ਸੀ, ਉਹ ਕੋਈ ਨਹੀਂ ਗੱਲ ਐਡੀ ਹੈਗੀ। ਉਹ ਤੁਸੀਂ ਰਜਿਸਟਰ ਨਾਲ ਵੀ ਕਰ ਲਓ ਜਾਂ ਜਿੱਦਾਂ ਮਰਜ਼ੀ ਕਰ ਲਓ, ਉਹ ਸਭ ਸਹੀ ਚੱਲਦਾ, ਬਸ ਦੋਨਾਂ ਦੀ ਅੰਡਰਸਟੈਂਡਿੰਗ ਚੰਗੀ ਹੈਗੀ ਆ। ਔਰ ਮੈਂ ਇਹ ਵੀ ਦੇਖਿਆ ਵੀ ਜੇ ਨਾ ਲਵ ਮੈਰਿਜ ਬੱਚੇ ਕਰ ਲੈਣ ਤਾਂ ਬਹੁਤ ਐਸੇ ਤਾਂ ਮਾਂ ਪਿਓ ਨਹੀਂ ਇੱਕ ਦੂਜੇ ਨਾਲ ਬੋਲਦੇ, ਉਹ ਆਪਸ ਵਿੱਚ ਤਾਂ ਬੱਚੇ ਬੋਲਦੇ ਰਹਿੰਦੇ ਪਰ ਉਹਨਾਂ ਦੇ ਮਾਂ ਪਿਓ ਇੱਕ ਦੂਜੇ ਨੂੰ ਜਾਂਦੇ ਆਉਂਦੇ ਨਹੀਂ ਹੈ, ਇਹ ਬੜਾ ਪੰਗਾ ਪਿਆ। ਸੋ ਇਹ ਸਾਰੀਆਂ ਗੱਲਾਂ ਥੋੜ੍ਹੇ ਬਹੁਤੇ ਸਮਝਣ ਵਾਲੀਆਂ ਤਾਂ ਹੈਗੀਆਂ। ਥੈਂਕ ਯੂ ਜੀ, ਥੈਂਕ ਯੂ ਜੀ। ਇਹ ਤਾਂ ਸੀ ਜੀ ਬਲਵੀਰ ਰਾਏ ਹੋਣੀ। ਤੁਸੀਂ ਵੀ ਟੈਲੀਫੋਨ ਕਾਲ ਜਿਹੜਾ ਕਰਕੇ ਆਪਣੇ ਵਿਚਾਰ ਸਾਨੂੰ ਸਾਂਝੇ ਕਰ ਸਕਦੇ। ਇਹ ਵੀ ਸਾਡੇ ਤੋਂ 6 ਮਿੰਟ ਹੈ। 0300 770 2246 ਜਿਹੜਾ ਕਿ ਟੈਲੀਫੋਨ ਨੰਬਰ ਥੱਲੇ ਸਕਰੀਨ 'ਤੇ ਵੀ ਆ ਰਿਹਾ ਹੈਗਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਇਸ ਇੰਸਟੀਟਿਊਸ਼ਨ ਵਿੱਚੋਂ, ਮੈਰਿਜ ਇੰਸਟੀਟਿਊਸ਼ਨ ਵਿੱਚੋਂ ਯਾਨੀ ਕਿ ਬਾਹਰ ਆ ਰਹੀਆਂ ਹੈ। ਸਾਡੇ ਤਾਂ ਦਾਜ ਦਾ ਵੀ ਯਾਨੀ ਕਿ ਰਿਵਾਜ ਹੈਗਾ, ਅਤੇ ਉਹ ਦਾਜ ਕਰਕੇ ਵੀ ਜਿਹੜਾ ਕਈ ਤਰ੍ਹਾਂ ਦੀਆਂ ਖਰਾਬੀਆਂ ਯਾਨੀ ਕਿ ਹੁੰਦੀਆਂ, ਇਸ ਮੁਲਕ ਵਿੱਚ ਵੀ ਖਰਾਬੀਆਂ ਹੁੰਦੀਆਂ, ਆਪਣੇ ਮੁਲਕ ਵਿੱਚ ਤਾਂ ਬਹੁਤ ਜ਼ਿਆਦਾ ਖਰਾਬੀਆਂ ਹੁੰਦੀਆਂ। ਅਤੇ ਜਿਹੜੇ ਬੱਚੇ ਹੈਗੇ ਜਿਨ੍ਹਾਂ ਨੇ ਆਪਣੇ ਆਪ ਪਾਰਟਨਰ ਆਪਣਾ ਚੂਜ਼ ਕੀਤਾ ਹੁੰਦਾ ਹੈਗਾ, ਅਤੇ ਉਹ ਕਈ ਵਾਰੀ ਇਸ ਦਾਜ ਦੂਜ ਤੋਂ ਵੀ ਦੂਰ ਰਹਿੰਦੇ ਹੈਗੇ। ਉਹ ਕਹਿੰਦੇ ਸਾਨੂੰ ਕੁਛ ਨਹੀਂ ਚਾਹੀਦਾ ਹੈਗਾ, ਕਿਉਂਕਿ ਉਹਨਾਂ ਨੇ ਆਪਣੇ ਆਪ ਯਾਨੀ ਕਿ ਵਿਆਹ ਕਰਨਾ ਹੁੰਦਾ। ਇੱਥੋਂ ਤੱਕ ਵੀ ਵਿਆਹ ਦੇ ਵਿੱਚ ਪੈਸੇ ਵੀ ਅੱਧੇ ਯਾਨੀ ਕਿ ਉਹ ਆਪਣੇ ਖਰਚ ਕਰਦੇ ਹੈਗੇ ਆ, ਆਪਣੇ ਹੋਟਲ ਦਾ ਖਰਚਾ ਵੀ ਸਾਰਾ ਹੀ, ਫਿਰ ਜਿਹੜਾ ਹੈਗਾ ਜੋ ਉੱਥੇ ਖਾਣ ਪੀਣ ਦਾ ਵੀ ਹੈ। ਅਤੇ ਇਸ ਤੋਂ ਬਿਨਾਂ ਵੀ ਅਸੀਂ ਇੰਨੇ ਗੈਸਟ ਯਾਨੀ ਕਿ ਸੱਦਣੇ ਹੈਗੇ ਆ, ਅਤੇ ਅਸੀਂ ਯਾਨੀ ਕਿ ਬੱਚੇ ਨਹੀਂ ਸੱਦਣੇ ਹੈਗੇ, ਜਾਂ ਇੱਕ ਪਰਿਵਾਰ ਵਿੱਚ ਸਿਰਫ 2 ਬੱਚੇ ਹੀ ਸੱਦਣੇ ਹੈਗੇ ਆ, 2 ਅਡਲਟਸ ਹੀ ਸੱਦਣੇ ਹੈਗੇ ਆ। ਸੋ ਇਹ ਕਈ ਤਰ੍ਹਾਂ ਦੇ ਜਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ, ਅਤੇ ਜੇ ਅਸੀਂ ਉਹਨਾਂ ਚੇਂਜਸ ਦੇ ਮੁਤਾਬਕ ਆਪਣੇ ਆਪ ਨੂੰ ਨਹੀਂ ਢਾਲਦੇ ਹੈਗੇ, ਅਤੇ ਉਹਦੇ ਨਾਲ ਜਿਹੜਾ ਅਸੀਂ ਆਪਣੇ ਬੱਚਿਆਂ ਨੂੰ ਵੀ ਗਵਾ ਸਕਦੇ ਹਾਂ। ਅਤੇ ਫਿਰ ਬੱਚੇ ਸਾਨੂੰ ਕਹਿਣਗੇ ਵੀ ਉਸ ਦਿਨ ਨੂੰ ਮੇਰਾ ਵਿਆਹ ਆ, ਤੁਸੀਂ ਆਉਣਾ ਅਤੇ ਫਿਰ ਆ ਜਾਓ, ਨਹੀਂ ਤਾਂ ਨਾ ਸਹੀ। ਯਾਨੀ ਕਿ ਇੱਦਾਂ ਦੀ ਵੀ ਗੱਲ ਜਿਹੜੀ ਹੈਗੀ ਸੁਣਨ ਵਿੱਚ ਆਈ ਹੈ। ਸਾਡੇ ਤੋਂ ਅਜੇ ਵੀ 5 ਮਿੰਟ ਹੈ, ਜੇ ਕਿਸੇ ਨੇ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਨੂੰ ਸਾਂਝੇ ਕਰਨੇ ਹੈਗੇ, ਕਿਉਂਕਿ ਇਹ ਜਿਸ ਸਮੇਂ ਦੇ ਮੁਤਾਬਕ ਅਸੀਂ ਨਹੀਂ ਜੇ ਆਪਣੇ ਆਪ ਨੂੰ ਢਾਲਦੇ ਹੈਗੇ, ਆਪਣੀ ਥਿੰਕਿੰਗ ਨੂੰ ਨਹੀਂ ਚੇਂਜ ਕਰਦੇ ਹੈਗੇ, ਤਾਂ ਅਸੀਂ ਬੱਚਿਆਂ ਨੂੰ ਗਵਾ ਲਵਾਂਗੇ। ਅਤੇ ਇਸ ਤੋਂ ਬਿਨਾਂ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਮਹਿਸੂਸ ਕਰਦਾ ਹੈਗਾ, ਉਹਨਾਂ ਦਾ ਵਿਆਹ ਹੈ, ਉਹਨਾਂ ਦੀ ਜ਼ਿੰਦਗੀ ਹੈ। ਅਸੀਂ ਪਤਾ ਨਹੀਂ ਕਿੰਨੀ ਦੇਰ ਇੱਥੇ ਹੈਗੇ ਆ। ਜਿਹੜੇ ਮਾਂ ਬਾਪ ਹੁੰਦੇ ਹੈਗੇ ਆ, ਬੱਚੇ ਜਿਹੜੇ ਹੈਗੇ ਆ, ਹੋਪਫੁਲੀ ਉਹ ਸਾਡੇ ਨਾਲ ਜਾਣੀ ਕਿ ਜ਼ਿਆਦਾ ਉਮਰ ਵਿੱਚ ਜੀਣਗੇ, ਜਿਹੜਾ ਕਿ ਅਸੀਂ ਆਸ ਵੀ ਕਰੇ ਸਾਡੇ ਨਾਲ ਜ਼ਿਆਦਾ ਉਮਰ ਵਿੱਚ ਜੀਣਗੇ, ਕਿਉਂਕਿ ਉਹ ਸਭ ਤੋਂ ਯੰਗ ਹੈਗੇ ਆ। ਅਤੇ ਸਾਡਾ ਕੀ ਹੱਕ ਹੈਗਾ ਵੀ ਅਸੀਂ ਆਪਣੀਆਂ ਵੈਲਿਊਜ਼ ਜਿਹੜੀਆਂ ਹੈਗੀਆਂ ਉਹਨਾਂ ਬੱਚਿਆਂ 'ਤੇ ਥੋਪੀਏ। ਉਹਨਾਂ ਦੀ ਜ਼ਿੰਦਗੀ ਹੈ, ਉਹਨਾਂ ਨੂੰ ਜੀਣ ਦਿਓ, ਸਮਾਂ ਉਹਨਾਂ ਨੂੰ ਸਪੋਰਟ ਕਰੋ। ਅਤੇ ਇਹ ਵੀ ਦੇਖਣ ਵਿੱਚ ਆਇਆ ਹੈ, ਜਦੋਂ ਕਿਸੇ ਹੋਰ ਜਾਤ ਵਿੱਚ ਜਿਹੜਾ ਵਿਆਹ ਹੋ ਜਾਂਦਾ ਹੈਗਾ ਜਾਂ ਕਿਸੇ ਹੋਰ ਧਰਮ ਵਿੱਚ ਵਿਆਹ ਹੋ ਜਾਂਦਾ ਹੈਗਾ, ਉਦੋਂ ਜਿਹੜੇ ਸਾਡੇ ਕਈ ਮਾਪੇ ਹੈਗੇ ਆ ਉਹ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ, ਪਰ ਜਦੋਂ ਉਹਨਾਂ ਦੇ ਬੱਚਾ ਬੱਚੀ ਯਾਨੀ ਕਿ ਹੋ ਜਾਂਦਾ ਹੈਗਾ, ਉਸ ਵੇਲੇ ਜਿਹੜਾ ਹੈਗਾ ਉਹਨੂੰ ਐਕਸੈਪਟ ਕਰਨ ਲੱਗ ਪੈਂਦੇ ਹੈਗੇ ਆ। ਪਰ ਜਿਹੜਾ ਦੁੱਖ ਅਸੀਂ ਦਿੱਤਾ ਹੁੰਦਾ ਹੈਗਾ ਉਸ ਜੋੜੇ ਨੂੰ, ਆਪਣੀ ਬੱਚੀ ਨੂੰ ਯਾਨੀ ਕਿ ਜਾਂ ਆਪਣੇ ਬੱਚੇ ਨੂੰ, ਉਹ ਬਹੁਤ ਹੀ ਜਿਹੜਾ ਦੁੱਖ ਹੈਗਾ, ਬਹੁਤ ਜ਼ਿਆਦਾ ਦੁੱਖ ਹੈਗਾ ਉਹਨਾਂ ਨੂੰ ਪਤਾ। ਅਤੇ ਕੁਛ ਕੇਸਿਸ ਦੇ ਵਿੱਚ ਇਹ ਵੀ ਦੇਖਣ ਵਿੱਚ ਆਇਆ ਹੈਗਾ, ਜਿਸ ਤਰ੍ਹਾਂ ਮੈਂ ਗੱਲ ਕੀਤੀ, ਅਜੇ ਵੀ ਸਾਡੇ ਤੋਂ 3 ਮਿੰਟ ਹੈ, ਜੇ ਤੁਸੀਂ ਟੈਲੀਫੋਨ ਕਾਲ ਕਰਨੀ ਹੈਗੀ ਤਾਂ ਕਰ ਸਕਦੇ ਹਾਂ, ਅਤੇ ਨਹੀਂ ਤਾਂ ਮੈਂ ਆਈ ਵਿਲ ਕੈਰੀ ਔਨ ਟਾਕਿੰਗ। ਅਤੇ ਕੁਛ ਇਹੋ ਜਿਹੇ ਕੇਸਿਸ ਵੀ ਦੇਖਣ ਵਿੱਚ ਆਏ ਹੈਗੇ ਜਿੱਥੇ ਕਿਸੇ ਹੋਰ ਜਾਤ ਦਾ ਯਾਨੀ ਕਿ ਜਿਹੜਾ ਸੀਗਾ ਲੜਕੀ ਸੀ, ਅਤੇ ਜਿਹੜਾ ਲੜਕਾ ਸੀ ਕਿਸੇ ਹੋਰ ਜਾਤ ਦਾ ਸੀ, ਅਤੇ ਜਦੋਂ ਉਹਨਾਂ ਨੇ ਵਿਆਹ ਕਰਾਉਣ ਦਾ ਆਪਣਾ ਫੈਸਲਾ ਕਰਤਾ, ਅਤੇ ਬਹੁਤ ਸਾਰਾ ਪ੍ਰੈਸ਼ਰ ਮਾਂ ਬਾਪ ਤੋਂ, ਬਹੁਤ ਸਾਰਾ ਪ੍ਰੈਸ਼ਰ ਆਪਣੇ ਰਿਸ਼ਤੇਦਾਰਾਂ ਤੋਂ ਉਹਦੇ 'ਤੇ ਯਾਨੀ ਕਿ ਬਹੁਤ ਪਿਆ। ਅਤੇ ਉਹਨੇ ਅਖੀਰ ਵਿੱਚ ਜਿਹੜਾ ਵਿਆਹ ਲਈ ਜੇ ਮੰਨ ਵੀ ਗਏ ਹੈਗੇ ਆ, ਅਤੇ ਉੱਥੇ ਵਿਆਹ 'ਤੇ ਫਿਰ ਕੋਈ ਹੋਰ ਗਿਆ ਨਹੀਂ ਹੈ, ਅਤੇ ਇੱਕ ਕਿਸਮ ਦਾ ਬੱਦੋ ਰਿੱਧੀ ਯਾਨੀ ਕਿ ਜਿਹੜਾ ਹੈਗਾ ਵਿਆਹ ਕੀਤਾ। ਅਤੇ ਉਹਦੇ 'ਤੇ ਵਿਆਹ ਤੋਂ ਬਾਅਦ ਵੀ ਯਾਨੀ ਕਿ ਇੰਨਾ ਜ਼ਿਆਦਾ ਪ੍ਰੈਸ਼ਰ ਪਿਆ, ਅਤੇ ਉਸ ਬੱਚਿਆਂ ਨੇ ਯਾਨੀ ਕਿ ਇਹੋ ਜਿਹੇ ਕੇਸਿਸ ਨੂੰ ਮੈਂ ਜਾਣਦਾ ਹੈਗਾ ਜਿੱਥੇ ਉਸ ਬੱਚੇ ਨੇ ਆਪਣਾ ਜਿਹੜਾ ਸੁਸਾਈਡ ਕਮਿਟ ਕਰ ਲਿਆ। ਅਤੇ ਉਹ ਯਾਨੀ ਕਿ ਮਾਂ ਬਾਪ ਜਿਹੜੇ ਹੈਗੇ ਹਜੇ ਤੱਕ ਪਛਤਾਉਂਦੇ ਹੈ ਵੀ ਅਸੀਂ ਇਹ ਕਿਉਂ ਯਾਨੀ ਕਿ ਇੱਦਾਂ ਕੀਤਾ। ਅਤੇ ਇਹ ਬਹੁਤ ਸਾਰੀਆਂ ਯਾਨੀ ਕਿ ਜਿਹੜੀ ਦੁਖਦਾਈ ਜਿਹੜੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਯਾਨੀ ਕਿ ਹੋ ਰਹੀਆਂ ਹੈਗੀਆਂ। ਅਤੇ ਇਹ ਗੱਲ ਯਾਨੀ ਕਿ ਮੈਂ ਇਸੇ ਕਰਕੇ ਇਹ ਸਬਜੈਕਟ ਯਾਨੀ ਕਿ ਅੱਜ ਲੈ ਕੇ ਵੀ ਆਉਂਦਾ ਸੀਗਾ, ਇਹ ਸਬਜੈਕਟ 'ਤੇ ਇਸੇ ਕਰਕੇ ਮੈਂ ਲਿਖਿਆ ਵੀ ਸੀਗਾ ਵੀ ਸਾਨੂੰ ਇਹਦੇ ਬਾਰੇ ਬਹੁਤ ਸੰਜੀਦਗੀ ਨਾਲ, ਬਹੁਤ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ ਵੀ ਅਸੀਂ ਇਸ ਮਸਲੇ ਨੂੰ ਕਿੱਦਾਂ ਲਈਏ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ, ਬਹੁਤ ਸਾਰੇ ਸਾਡੇ ਬੱਚੇ ਜਿਹੜੇ ਬਹੁਤ ਪੜ੍ਹੇ ਲਿਖੇ ਹੈ, ਉਹਨਾਂ ਨੇ ਡਾਕਟਰੇਟ ਕੀਤੀਆਂ ਹੈਗੀਆਂ ਜਾਂ ਯਾਨੀ ਕਿ MA ਕੀਤੀਆਂ ਹੈਗੀਆਂ, ਮਾਸਟਰਸ ਡਿਗਰੀ ਕੀਤੀਆਂ ਹੈਗੀਆਂ, ਉਹ ਯਾਨੀ ਕਿ ਜਿਹੜਾ ਹੈਗਾ ਨਹੀਂ ਵਿਆਹ ਕਰਨਾ ਚਾਹੁੰਦੇ, ਯਾਨੀ ਕਿ ਜਾਂ ਉਹ ਇਕੱਠਾ ਰਹਿਣਾ ਚਾਹੁੰਦੇ ਹੈ, ਕਿਸੇ ਮੁੰਡੇ ਨਾਲ ਰਹਿਣਾ ਚਾਹੁੰਦੇ ਆ, ਯਾਨੀ ਕਿ ਜਾਂ ਕੁੜੀ ਨਾਲ ਰਹਿਣਾ ਚਾਹੁੰਦੀ ਹੈ। ਸਾਨੂੰ ਇਹਨਾਂ ਨਵੇਂ ਜਿਹੜੇ ਇਹ ਵੈਲਿਊ ਸਿਸਟਮ ਯਾਨੀ ਕਿ ਆ ਰਿਹਾ ਹੈਗਾ, ਸਾਨੂੰ ਐਕਸੈਪਟ ਕਰਨਾ ਪਊਗਾ। ਜੇ ਅਸੀਂ ਐਕਸੈਪਟ ਨਹੀਂ ਕਰਦੇ ਹੈਗੇ ਤਾਂ ਕਾਨੂੰਨ ਵੀ ਸਾਡੇ ਖਿਲਾਫ ਹੈਗਾ, ਅਤੇ ਜਿਹੜੇ ਸਾਡੇ ਬੱਚੇ ਹੈਗੇ ਅਸੀਂ ਉਹਨਾਂ ਨੂੰ ਵੀ ਗਵਾ ਲਵਾਂਗੇ। ਜਿਸ ਨੱਕ ਦੀ, ਜਿਸ ਇੱਜ਼ਤ ਦੀ ਅਸੀਂ ਗੱਲ ਕਰਦੇ ਹੈਗੇ ਹਾਂ,
ਉਹ ਨੱਕ ਜਾਂ ਇੱਜ਼ਤ ਜਿਹੜਾ ਹੈਗਾ ਉਹ ਸਾਡੇ ਤੱਕ ਹੀ ਮਹਦੂਦ ਹੈਗਾ। ਜਦੋਂ ਤੁਹਾਡੇ 'ਤੇ ਕੋਈ ਦੁੱਖ ਹੁੰਦਾ ਹੈਗਾ, ਜਦੋਂ ਤੁਹਾਡੇ 'ਤੇ ਕੋਈ ਵਿਪਤਾ ਪੈਂਦੀ ਹੈ, ਉਸ ਵੇਲੇ ਸਿਰਫ ਦਰਦ ਜਿਹੜਾ ਹੈਗਾ ਉਹ ਸਿਰਫ ਤੁਹਾਡੇ ਆਪਣੇ ਬੱਚਿਆਂ ਨੂੰ ਹੁੰਦਾ ਹੈਗਾ, ਜਾਂ ਕੋਈ ਬਹੁਤ ਹੀ ਬੰਦਾ ਜਿਹੜਾ ਤੁਹਾਨੂੰ ਪਿਆਰ ਕਰਨ ਵਾਲਾ ਹੈਗਾ, ਕੋਈ ਦੋਸਤ ਹੈਗਾ ਜਾਂ ਕੋਈ ਰਿਸ਼ਤੇਦਾਰ ਵਿੱਚੋਂ ਵੀ ਕੋਈ ਜੇ ਤੁਹਾਨੂੰ ਬਹੁਤ ਪਿਆਰ ਕਰਦਾ ਹੈਗਾ ਜਾਂ ਉਹਨੂੰ ਦੁੱਖ ਦਰਦ ਹੁੰਦਾ ਹੈ, ਅਦਰਵਾਈਜ਼ ਨੋਬਡੀ ਬੋਦਰਸ। ਸੋ ਇਸ ਕਰਕੇ ਜਿਹੜਾ ਹੈਗਾ ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਹੀ ਜਿਹੜੀ ਹੈਗੀ ਸਾਡੀ ਖੁਸ਼ੀ ਹੈਗੀ ਆ। ਜੇ ਬੱਚੇ ਖੁਸ਼ ਹੈਗੇ ਆ ਅਤੇ ਤੁਸੀਂ ਖੁਸ਼ ਹੈਗੇ ਆ। ਖਾਸ ਕਰਕੇ ਜਿਹੜਾ ਅਸੀਂ ਕੁੜੀਆਂ 'ਤੇ ਇਹੋ ਜਿਹੀਆਂ ਬੰਦਿਸ਼ਾਂ ਲਾਉਂਦੇ ਹੈਗੇ ਆ, ਉਹ ਦੇਖਣਾ ਸਾਨੂੰ ਪਊਗਾ। ਇੱਕ ਪਾਸੇ ਤਾਂ ਆਪਣੇ ਆਪ ਨੂੰ ਅਸੀਂ ਬਹੁਤ ਜ਼ਿਆਦਾ ਧਾਰਮਿਕ ਹੋਣੇ ਹੈਗੇ ਆ, ਆਪਣੇ ਆਪ ਨੂੰ ਅਸੀਂ ਬੜਾ ਖਾਣੇ ਲਵੇ, ਅਸੀਂ ਬਰਾਬਰਤਾ ਦੀ ਗੱਲ ਕਰਦੇ ਹੈਗੇ ਹਾਂ, ਬਰਾਬਰਤਾ ਦਾ ਅਸੀਂ ਜਿਹੜਾ ਢੰਡੋਰਾ ਬੜਾ ਪਿੱਟਦੇ ਹੈਗੇ ਹਾਂ। ਪਰ ਜਦੋਂ ਵਿਆਹ ਦੀ ਗੱਲ ਆਉਂਦੀ ਹੈਗੀ ਆ ਜਾਂ ਜਦੋਂ ਜਾਇਦਾਦ ਵੰਡਣ ਦੀ ਗੱਲ ਆਉਂਦੀ ਹੈਗੀ ਆ, ਉਦੋਂ ਅਸੀਂ ਬਹੁਤ ਵੱਡਾ ਵਿਤਕਰਾ ਕਰਦੇ ਹਾਂ। ਮੈਂ ਕਹਿੰਦਾ ਸਾਡੇ ਵਰਗਾ ਪਾਪੀ ਦੁਨੀਆ ਵਿੱਚ ਕੋਈ ਹੋਰ ਨਹੀਂ ਹੈ। ਇਸ ਪਾਪ ਨੂੰ ਜਾਣੀ ਕਿ ਜੇ ਆਪਾਂ ਬਚਾਉਣਾ ਚਾਹੁੰਦੇ ਹਾਂ, ਜਿਹੜੇ ਵੀ ਤੁਸੀਂ ਅਕੀਦੇ ਵਿੱਚ ਯਕੀਨ ਕਰਦੇ ਆ, ਤੁਸੀਂ ਜਾਣੀ ਕਿ ਆਪਣੇ ਆਪ ਨੂੰ ਕੋਖੋ ਜ਼ਰੂਰ ਵੀ ਮੈਂ ਕਿੰਨਾ ਪਾਪੀ ਹੈਗਾ, ਮੈਂ ਕਿੰਨੀ ਡਿਸਕ੍ਰਿਮੀਨੇਸ਼ਨ ਕਰਦਾ ਹੈਗਾ ਉਹਨਾਂ ਬੱਚੀਆਂ ਨਾਲ ਜਿਹਦੇ ਵਿੱਚ ਮਾਂ ਦੇ ਵੀ ਉਨੇ ਕ੍ਰੋਮੋਸੋਮ 23 ਕ੍ਰੋਮੋਸੋਮ ਹੈ ਅਤੇ ਬਾਪ ਦੇ 23 ਕ੍ਰੋਮੋਸੋਮ, ਮਾਂ ਦੇ ਵੀ ਅਤੇ ਬਾਪ ਦੇ ਵੀ। ਅਤੇ ਇਹੋ ਹੀ 23 ਕ੍ਰੋਮੋਸੋਮ ਜਿਹੜੇ ਹੈਗੇ ਮਾਂ ਦੇ ਅਤੇ ਬਾਪ ਦੇ ਜਿਹੜੇ 46 ਕ੍ਰੋਮੋਸੋਮਸ ਹੈਗੇ ਆ, ਉਹ ਮੁੰਡੇ ਵਿੱਚ ਵੀ ਸੇਮ ਹੈ ਅਤੇ ਕੁੜੀ ਵਿੱਚ ਵੀ ਸੇਮ ਹੈ। ਸਾਨੂੰ ਦੇਖਣਾ ਪਊਗਾ ਲੈ ਅਸੀਂ ਕਿਹੋ ਜਿਹੀਆਂ ਕਰਤੂਤਾਂ ਕਰਦੇ ਹੈਗੇ ਇਸ ਮਸਲੇ 'ਤੇ ਜ਼ਰੂਰ ਗੰਭੀਰਤਾ ਨਾਲ ਸੋਚੋ। ਤੁਹਾਨੂੰ ਪ੍ਰੋਗਰਾਮ ਇਹ ਕਿਹੋ ਜਿਹਾ ਲੱਗਾ ਜ਼ਰੂਰ ਸਾਨੂੰ ਜਾਣ ਕੇ ਦੱਸਿਓ, ਤਾਂ ਕਿ ਜਿੱਥੇ ਵੀ ਜਾਣ ਕੇ ਗਲਤੀਆਂ ਲੱਗੀਆਂ, ਜਿੱਥੇ ਵੀ ਖਾਮੀਆਂ ਹੈ, ਉਹਨਾਂ ਨੂੰ ਮੈਂ ਸੁਧਾਰ ਸਕਾਂ। ਅਗਲੇ ਹਫ਼ਤੇ ਤੁਹਾਨੂੰ ਮੈਂ ਫਿਰ ਕਿਸੇ ਇਹੋ ਜਿਹਾ ਟੌਪਿਕ 'ਤੇ ਜਿਹੜਾ ਹੈਗਾ ਡਿਸਕਸ਼ਨ ਦੇ ਲਈ ਲੈ ਕੇ ਆਊਂਗਾ ਅਤੇ ਤੁਹਾਨੂੰ ਨਾਲ ਆਪਣੇ ਵਿਚਾਰ ਸਾਂਝੇ ਕਰੂੰਗਾ ਅਤੇ ਤੁਹਾਡੇ ਵਿਚਾਰ ਵੀ ਸੁਣੂੰਗਾ। ਜਿਹੜੀਆਂ ਕਾਲਸ ਮੈਂ ਅੱਜ ਵੀ ਨਹੀਂ ਲੈ ਸਕਿਆ ਉਹਨਾਂ ਤੋਂ ਮੈਂ ਹੁਣ ਤੋਂ ਹੀ ਮਾਫ਼ੀ ਮੰਗਦਾ। ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਕੰਟਰੀਬਿਊਸ਼ਨ ਕੀਤੀ ਹੈ, ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਅਗਲੇ ਹਫ਼ਤੇ ਫਿਰ ਤੁਸੀਂ ਜਿਹੜਾ ਹੈਗਾ ਟੈਲੀਫੋਨ ਕਾਲਸ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋਗੇ, ਤਾਂ ਕਿ ਅਸੀਂ ਕੋਈ ਨਾ ਕੋਈ ਸਮਾਜ ਨੂੰ ਸੇਧ ਦੇ ਸਕੀਏ ਅਤੇ ਸਾਡੇ ਤੋਂ ਸਮਾਜ ਜਾਣੀ ਕਿ ਜਿਹੜਾ ਹੈ ਕੋਈ ਸੇਧ ਲੈ ਸਕੇ ਅਤੇ ਅਸੀਂ ਇੱਕ ਬਹੁਤ ਨਿੱਘਰ ਅਤੇ ਇੱਕ ਬਹੁਤ ਨਰੋਏ ਸਮਾਜ ਦੀ ਸਿਰਜਣਾ ਕਰ ਸਕੀਏ। ਇੱਥੇ ਮੈਂ ਜਿਹੜਾ ਹੈਗਾ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਅਤੇ ਅਗਲੇ ਹਫ਼ਤੇ ਜਿਹੜਾ ਹੈਗਾ ਟਿਊਜ਼ਡੇ ਨੂੰ ਮੈਂ 7 ਵਜੇ ਫਿਰ ਤੁਹਾਨੂੰ ਮਿਲੂੰਗਾ। ਓਕੇ ਜੀ, ਗੁੱਡ ਬਾਏ, ਬੈਸਟ ਵਿਸ਼ੇਸ, ਥੈਂਕ ਯੂ।